ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਚਨ ਆਖਰੇ ਨੇ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਮਨ ਵੀ ਸਾਡੀ ਬਿਰਤੀ ਹੈ ਦਾਤਾ, ਦਿਸਦਾ ਨਹੀਂ ਜਿੰਨੀਆਂ ਦਾਤਾਂ ਗੂੜੀਆਂ ਦਿਸਦੀਆਂ ਨੇ। ਤੋ ਸਤਿਗੁਰੂ ਜੋ ਸ਼ਲੋਕ ਨੂੰ ਵਿਆਖਿਆ ਰੂਪ ਅੰਦਰ ਬਿਆਨ ਕਰਦੇ ਨੇ, ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਹੇ ਬੇਸਮਝ ਅਜਾਨ ਮਨੁੱਖ, ਜਿਸ ਦਾਤੇ ਨੇ ਤੇਰਾ ਵਜੂਦ ਬਣਾਇਆ, ਜਿਨੇ ਤੈਨੂੰ ਵੇਖਣ ਜੋਗਾ ਬਣਾਇਆ, ਬੋਲਣ ਜੋਗਾ ਬਣਾਇਆ, ਭੋਗਣ ਜੋਗਾ ਬਣਾਇਆ, ਉਸ ਮਾਲਕ ਦੇ ਵਜੂਦ ਨੂੰ ਆਪਣੇ ਨਾਲ ਆਪਣੀ ਯਾਦ ਵਿੱਚ ਜ਼ਰੂਰ ਰੱਖਣਾ ਕਰੀ। ਤੋ ਸਤਿਗੁਰੂ ਨਾਲ ਦੀ ਨਾਲ ਸਾਨੂੰ ਮਾਲਕ ਦੀਆਂ ਬਖਸ਼ਿਸ਼ਾਂ ਦੱਸ ਰਹੇ ਨੇ, ਨਾਲ ਦੀ ਨਾਲ ਸਾਨੂੰ ਚਿਤਾ ਰਹੇ ਨੇ ਐਸੇ ਮਾਲਕ ਨਾਲ ਜੁੜੀਏ। ਨਾਲ ਦੀ ਨਾਲ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ, ਵਾਹਿਗੁਰੂ ਜੀਵਾਂ 'ਤੇ ਕਿਰਪਾ ਕਰੀ। ਸਾਹਿਬ ਆਖਦੇ ਨੇ, ਆਦ ਅੰਤ ਜੋ ਰਾਖਣਹਾਰ। ਆਦ ਦਾ ਅਰਥ ਹੈ ਮੁੱਢ। ਦੁਨੀਆ 'ਚ ਕੋਈ ਐਸਾ ਸਾਥ, ਕੋਈ ਪਦਾਰਥ, ਕੋਈ ਚੀਜ਼ ਨਹੀਂ ਹੈ ਜਿਹੜੀ ਆਦ ਤੇ ਅੰਤ ਸਾਈ ਹੋਈ ਹੋਏ ਉਸ ਮਾਲਕ ਤੋਂ ਬਿਨਾਂ। ਤਾਂ ਹੀ ਗੁਰੂ ਧੰਨ ਗੁਰੂ ਅਰਜੁਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ। ਮਾਲਕ ਵਾਹਿਗੁਰੂ ਕਾਲ ਪੁਰਖ ਹੈ। ਉਹ ਆਦ ਉਹ ਸਮਾਂ ਜਦੋਂ ਮੇਰੇ ਸਰੀਰ ਦਾ ਵਜੂਦ ਨਹੀਂ ਸੀ ਬਣਿਆ। ਅੰਤ ਹੁਣ ਵੀ, ਤੇ ਸਾਹਿਬ ਕਹਿੰਦੇ ਸਦਾ ਸਹਾਈ, ਸਦੀਵੀ ਵਾਸਤੇ ਜਿਹੜਾ ਸਾਈ ਹੁੰਦਾ। ਐਸਾ ਮਾਲਕ ਵਾਹਿਗੁਰੂ, ਉਹਦੇ ਨਾਲ ਸਾਹਿਬ ਕਹਿੰਦੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਐਸੇ ਮਾਲਕ ਨਾਲ ਚਿੱਤ ਜੁੜਿਆ, ਉਹਦੇ ਜੀਵਨ ਵਿੱਚ ਅਡੋਲਤਾ ਜ਼ਰੂਰ ਹੋਏਗੀ। ਧਨ ਹਮਾਰਾ ਮੀਤ, ਐਸਾ ਮਿੱਤਰ ਬੜਾ ਤਣਤਾ ਯੋਗ ਹੈ। ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਬਚਨ ਆਉਂਦਾ ਇੱਕ ਬਾਣੀ ਅੰਦਰ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗ ਭਜ ਪੂਰਨ ਕਾਮ। ਗੁਰਦੇਵ ਜੀ ਕਹਿੰਦੇ, ਆ ਤੈਨੂੰ ਦੱਸਾਂ ਕਿਸ ਤਰ੍ਹਾਂ ਉਹ ਮਾਲਕ ਸਹਾਈ ਹੈ। ਸਾਹਿਬ ਕਹਿੰਦੇ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ, ਤਿਲਤ ਜਲਤ ਅਗਨੀ ਮਿਲਤ ਨੀਰ। ਜੈਸੇ ਬਾਰਕ ਮੁਖੈ ਖੀਰ, ਜੈਸੇ ਰਣ ਮੈਂ ਸਖੈ ਭਰਾਤ, ਜੈਸੇ ਭੂਖੇ ਭੋਜਨ ਮਾਤ। ਜੈਸੋ ਆਂਡੋ ਹਿਰਦੋ ਮਾਹੇ, ਜੈਸੋ ਦਾਨੋ ਚੱਕੀ ਦਰਾਹੇ। ਗੁਰੂ ਅਰਜੁਨ ਦੇਵ ਸਾਹਿਬ ਜੀ ਦਾ ਬੋਲ ਹੈ, ਤੁਸੀਂ ਵੇਖਣਾ ਜ਼ਰੂਰ। ਗੁਰਦੇਵ ਕਹਿੰਦੇ, ਆਦ ਅੰਤ ਇਸ ਤਰ੍ਹਾਂ ਸਹਾਈ ਹੈ ਜਿਵੇਂ ਡੁੱਬਦੇ ਨੂੰ ਬੇੜੀ ਦਾ ਸਹਾਰਾ ਹੋਏ, ਦੀਵੇ ਬੁਝਦੇ ਨੂੰ ਤੇਲ ਦਾ ਸਹਾਰਾ ਹੋਏ, ਭੁੱਖੇ ਨੂੰ ਮਾਂ ਦੇ ਭੋਜਨ ਦਾ ਸਹਾਰਾ ਹੋਏ, ਦੁਸ਼ਮਣਾਂ 'ਚ ਘਿਰੇ ਹੋਏ ਨੂੰ ਭਰਾਵਾਂ ਦਾ ਸਹਾਰਾ ਹੋਏ। ਗੁਰਦੇਵ ਨੇ ਕਿੰਨੇ ਵਚਨ ਕਹੇ ਨੇ ਉਸ ਸ਼ਬਦ ਦੇ ਅੰਦਰ, ਐਸੋ ਸਹਾਈ ਹਰ ਕੋ ਨਾਮ। ਇਸ ਤਰ੍ਹਾਂ ਸਤਿਗੁਰ ਕਹਿੰਦੇ ਮਾਲਕ ਵਾਹਿਗੁਰੂ ਸਹਾਈ ਹੈ, ਪਰ ਮੁਸ਼ਕਲ ਇਹ ਹੈ, ਤਿਸਿਉ ਪ੍ਰੀਤ ਨਾ ਕਰੈ ਗਵਾਰ। ਐਸੇ ਮਾਲਕ ਨਾਲ ਪ੍ਰੀਤ ਨਹੀਂ ਕਰਦਾ ਜਿੰਨੀ ਸਾਂਝ ਇਹਦੀ ਦ੍ਰਿਸ਼ਟ ਮਾਣ ਦੇ ਨਾਲ ਹੈ, ਉਹ ਅਦ੍ਰਿਸ਼ ਨਾਲ ਨਹੀਂ, ਜਿਹੜਾ ਅੱਖਾਂ ਤੋਂ ਓਹਲੇ ਹੋ ਕੇ ਜੀਵਨ ਦੀ ਪ੍ਰਤਪਾਲਨਾ ਕਰ ਰਿਹਾ। ਕਿਉਂਕਿ ਮਾਲਕ ਜਤਾਉਂਦਾ ਨਹੀਂ ਹੈ। ਜਿਵੇਂ ਸੰਸਾਰ ਦੇ ਸੰਬੰਧ ਜਤਾਉਂਦੇ ਵੀ ਨੇ। ਸਾਡੇ ਜੀਵਨ ਦੇ ਅੰਦਰ ਕੁਝ ਸਾਨੂੰ ਮਿਲਦਾ ਹੈ, ਕੁਝ ਦਿੰਦਾ ਹੈ, ਬੜੇ ਅਹਿਸਾਨ ਉਸ ਜਤਾ ਸਕਦਾ ਹੈ, ਪਰ ਮਾਲਕ ਵਾਹਿਗੁਰੂ ਜਤਾਉਂਦਾ ਵੀ ਨਹੀਂ, ਦੇ ਕੇ ਪਛਤਾਉਂਦਾ ਵੀ ਨਹੀਂ ਹੈ। ਜਿਹੜਾ ਪਰੋਛ ਪ੍ਰਤਪਾਲਨ, ਅੱਖਾਂ ਤੋਂ ਓਹਲੇ ਹੋ ਕੇ ਪ੍ਰਤਪਾਲਨਾ ਕਰਦਾ ਹੈ, ਗੁਰਦੇਵ ਕਹਿੰਦੇ ਪਰ ਬੜੇ ਪਾਸੇ ਇਹ ਰਚ ਮਿਚ ਜਾਂਦਾ ਹੈ। ਤਿਸਿਉ ਪ੍ਰੀਤ ਨਾ ਕਰੈ ਗਵਾਰ। ਉਹਦੇ ਨਾਲ ਪ੍ਰੀਤ ਨਹੀਂ ਕਰਦਾ, ਚਲੋ ਮੋਹ ਵੀ ਕਰ ਲੈਂਦਾ,
ਚਲੋ ਲੋੜ ਕਰਕੇ ਵੀ ਸਾਂਝ ਬਣਾ ਲੈਂਦਾ, ਸਤਿਗੁਰ ਨੇ ਇੱਕ ਦਿਨ ਪ੍ਰੇਮ ਦੇ ਵਿੱਚ ਬਦਲ ਦੇਣਾ ਸੀ। ਚਲੋ ਨਿਮਿਤ ਨੂੰ ਵੀ ਕਾਰਨ ਬਣਾ ਲੈਂਦਾ ਮਾਲਕ ਵਾਹਿਗੁਰੂ ਕਾਲ ਪੁਰਖ, ਗੁਰੂ ਨੇ ਇੱਕ ਦਿਨ ਨਿੱਤ ਦੀ ਦਾਤ ਝੋਲੀ 'ਚ ਪਾ ਦੇਣੀ ਸੀ। ਪਰ ਸਾਹਿਬ ਕਹਿੰਦੇ ਉਹ ਖਿੱਚ, ਉਹ ਪ੍ਰੀਤ ਬਣੀ ਨਹੀਂ ਉਸ ਮਾਲਕ ਦੇ ਨਾਲ। ਜਾ ਕੀ ਸੇਵਾ ਨਵਨਿਧ ਪਾਵੈ। ਨਵਨਿਧ ਦਾ ਅਰਥ ਹੈ 9 ਖਜ਼ਾਨੇ। 9 ਖਜ਼ਾਨੇ ਦਾ ਅਰਥ ਹੈ ਸਾਰੀ ਦੌਲਤ। ਜਿਵੇਂ ਆਪਾਂ ਕਹਿ ਦਿੰਦੇ 4 ਪਦਾਰਥ, ਭਾਵ ਸਭ ਕੁਝ, ਉਹਦੇ 'ਚ ਹੋਰ ਕੁਝ ਐਡ ਕਰਨ ਦੀ ਲੋੜ ਨਹੀਂ ਪੈਂਦੀ। ਆਪਾਂ ਕਹਿ ਦਿੰਦੇ 36 ਪ੍ਰਕਾਰ ਦੇ ਭੋਜਨ, ਉਹਦੇ 'ਚ ਹੋਰ ਐਡ ਕਰਨ ਦੀ ਲੋੜ ਨਹੀਂ ਪੈਂਦੀ, ਭਾਵ ਸਾਰੇ ਪ੍ਰਕਾਰ ਦੇ ਰਸ ਕਸ। ਇਸੇ ਤਰ੍ਹਾਂ ਨਵਨਿਧ ਦਾ ਅਰਥ ਹੈ ਸਾਰੇ ਖਜ਼ਾਨੇ ਜਿੰਨੇ ਵੀ ਹੋਣ, ਸੰਸਾਰ ਦੀਆਂ ਬਰਕਤਾਂ ਹੋਣ, ਨਿਰੰਕਾਰ ਦੀਆਂ ਹੋਣ, ਕਿੰਨੀਆਂ ਵੀ ਹੋਣ। ਜਾ ਕੀ ਸੇਵਾ ਨਵਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਸਾਹਿਬ ਕਹਿੰਦੇ ਮੁਸ਼ਕਲ ਹੈ ਇਹ ਮੂਰਖ ਉਸ ਦੇ ਨਾਲ ਮਨ ਨਹੀਂ ਲਾਉਂਦਾ ਜਿਸ ਮਾਲਕ ਨੇ ਬਿਨਾਂ ਸ਼ਰਤ ਤੋਂ ਹੀ ਸਭ ਕੁਝ ਦਿੱਤਾ ਸਾਨੂੰ, ਬਿਨਾਂ ਕਿਸੇ ਸ਼ਰਤ, ਕੋਈ ਕੰਡੀਸ਼ਨ ਨਹੀਂ ਲਾਈ। ਰੱਬ ਦਾ ਪਿਆਰ ਹੈ ਹੀ ਅਨਕੰਡੀਸ਼ਨ, ਤਾਂ ਹੀ ਉਹ ਸੱਚਾ ਹੈ। ਸੰਸਾਰ ਦਾ ਮੋਹ ਹੁੰਦਾ ਹੈ, ਪ੍ਰੇਮ ਹਮੇਸ਼ਾ ਹੀ ਸੱਚ ਨਾਲ ਹੁੰਦਾ ਹੈ। ਬਿਨ ਸੰਹਾਰ ਨਾਲ ਮੋਹ ਹੋ ਸਕਦਾ ਹੈ, ਪ੍ਰੇਮ ਨਹੀਂ ਹੋ ਸਕਦਾ, ਕਿਉਂਕਿ ਪ੍ਰੇਮ ਕਦੇ ਟੁੱਟਦਾ ਨਹੀਂ ਹੈ। ਪ੍ਰੇਮ ਦੀ ਸਾਂਝ ਜੋੜ ਜਾਂਦੀ ਹੈ ਪਰ ਟੁੱਟਦੀ ਨਹੀਂ ਹੈ। ਤੋ ਮੋਹ, ਲੋਭ ਇਹ ਬਣਦਾ, ਇਹ ਢਹਿੰਦਾ ਰਹਿੰਦਾ ਹੈ। ਸੋ ਸੰਸਾਰ ਨਾਲ ਮੋਹ ਹੈ, ਨਿਰੰਕਾਰ ਨਾਲ ਪ੍ਰੇਮ ਹੈ, ਤੇ ਜਿਸ ਦਾ ਪ੍ਰੇਮ ਬਣ ਗਿਆ ਉਹ ਟੁੱਟਦਾ ਨਹੀਂ। ਪਰ ਸਾਹਿਬ ਕਹਿੰਦੇ ਇਹ ਅਣਜਾਣ ਮਨੁੱਖ ਜਿਹੜੀ ਪ੍ਰੇਮ ਦੀ ਦਾਤ ਮਾਲਕ ਵੱਲ ਜਾਣੀ ਚਾਹੀਦੀ ਸੀ, ਉਹ ਸੰਸਾਰ ਵੱਲ ਖਰਚ ਕਰ ਲਈ ਹੈ। ਉਤਨਾ ਧਿਆਨ, ਉਤਨੀ ਤਵੱਜੋ ਇਹਨੇ ਸੰਸਾਰ ਨੂੰ ਦੇਤੀ ਹੈ, ਪਰ ਫਿਰ ਵੀ ਇਹਦੇ 'ਚ ਕੋਈ ਐਸਾ ਸੰਬੰਧ, ਸਾਂਝ ਨਹੀਂ ਹੈ ਜਿਹੜੀ ਜੀਵਨ ਦੇ ਵਿੱਚੋਂ ਮੁੱਕਣ ਵਾਲੀ ਨਾ ਹੋਏ। ਤਾਂ ਹੀ ਸਾਹਿਬ ਆਖਦੇ ਨੇ ਜਾ ਕੀ ਸੇਵਾ ਨਵਨਿਧ ਪਾਵੈ, ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਮੂੜਾ ਦਾ ਅਰਥ ਹੈ ਅਜਾਣ, ਬੇਸਮਝ। ਜੋ ਠਾਕੁਰ ਸਦ ਸਦਾ ਹਜ਼ੂਰੇ, ਜਿਹੜਾ ਠਾਕੁਰ ਬਹੁਤ ਹਜ਼ੂਰ ਹੈ, ਲਾਗੇ ਹੈ, ਨੇੜੇ ਤੋਂ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਸੰਸਾਰ ਦੀਆਂ ਚੀਜ਼ਾਂ ਬਾਅਦ 'ਚ ਨੇੜੇ ਆਈਆਂ ਨੇ, ਪਹਿਲੋਂ ਉਹਦੀ ਨੇੜਤਾ ਹੈ ਜੀਵਨ 'ਚ। ਸਰੀਰ ਤਾਂ ਨੇੜੇ ਹੈ, ਅੰਗ ਤਾਂ ਨੇੜੇ ਨੇ, ਕਿਉਂਕਿ ਉਹਦੀ ਨੇੜਤਾ ਹੈ। ਜਿੱਦਣ ਉਹਦੀ ਨੇੜਤਾ ਨਹੀਂ ਰਹੀ, ਸਰੀਰ ਦੀ ਨੇੜਤਾ ਵੀ ਨਹੀਂ ਰਹਿਣੀ। ਜੋ ਤਨ ਉਪਜਿਓ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਸਭ ਤੋਂ ਪਹਿਲੋਂ ਨੇੜਤਾ ਉਹਦੀ ਹੈ, ਤਾਂ ਕਰਕੇ ਸੰਸਾਰ ਦੀ ਨੇੜਤਾ ਬਣੀ ਹੈ। ਭੋਗ ਰਹੇ ਆਪਾਂ, ਵਰਤ ਰਹੇ ਆਪਾਂ, ਵੇਖ ਰਹੇ ਆਪਾਂ, ਜਿਹਦੇ ਕਾਰਨ ਸਭ ਕੁਝ ਬਣ ਰਿਹਾ। ਸਾਹਿਬ ਕਹਿੰਦੇ ਜੋ ਠਾਕੁਰ ਸਦ ਸਦਾ ਹਜ਼ੂਰੇ, ਤਾਕੋ ਅੰਧਾ ਜਾਣ ਦੂਰੇ। ਉਸ ਨੂੰ ਇਹ ਦੂਰ ਜਾਣਦਾ ਹੈ, ਦੂਰ ਭਾਵ ਮੇਰੇ ਤੋਂ ਵੱਖਰਾ। ਮਾਲਕ ਦਾ ਹੋਣਾ, ਸਾਡਾ ਹੋਣਾ ਦੋ ਵੱਖਰੀਆਂ ਘਟਨਾਵਾਂ ਨਹੀਂ ਹੈ। ਹਾਂ, ਲੱਗਦੀਆਂ ਨੇ ਸਾਨੂੰ। ਲਹਿਰ ਦਾ ਹੋਣਾ, ਪਾਣੀ ਦਾ ਹੋਣਾ ਦੋ ਵੱਖਰੀਆਂ ਘਟਨਾਵਾਂ ਨਹੀਂ ਹੈ, ਇੱਕ ਹੀ ਹੈ। ਬੁਲਬੁਲਾ ਹੋਣਾ, ਪਾਣੀ ਹੋਣਾ, ਦੋ ਚੀਜ਼ਾਂ ਥੋੜ੍ਹਾ ਹੈ। ਲਹਿਰ ਹੋਣਾ, ਪਾਣੀ ਹੋਣਾ, ਲਹਿਰ ਪਾਣੀ ਤੋਂ ਵੱਖਰੀ ਨਹੀਂ ਹੋ ਸਕਦੀ। ਇਹ ਨਹੀਂ ਹੋ ਸਕਦਾ ਵੀ ਪਾਣੀ ਵੱਖਰਾ ਹੋਏ, ਲਹਿਰ ਵੱਖਰੀ ਪਹਾੜਾਂ ਤੇ ਦੂਰ ਕਿਤੇ ਹੋਏ। ਇਸੇ ਤਰ੍ਹਾਂ ਸਾਡਾ ਹੋਣਾ, ਉਹਦਾ ਹੋਣਾ ਦੋ ਵੱਖਰੀਆਂ ਘਟਨਾਵਾਂ ਨਹੀਂ ਹੈ। ਬਸ ਅਗਿਆਨਤਾ ਵਸ ਪ੍ਰਤੀਤ ਹੁੰਦੀਆਂ ਨੇ ਮਨੁੱਖ ਨੂੰ। ਜਿਹਨੂੰ ਗਿਆਨ ਆ ਗਿਆ, ਬ੍ਰਹਮ ਦਿਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਇਹਨੂੰ ਤੇ ਬ੍ਰਹਮ ਦ੍ਰਿਸ਼ਟੀ ਕਿਹਾ ਗੁਰਬਾਣੀ ਨੇ। ਜਿਹਨੂੰ ਇੱਕ ਦਾ ਅਹਿਸਾਸ ਹੋ ਜਾਏ, ਉਹ ਫਿਰ ਜੀਵਨ ਬੜਾ ਨਿਰਲੇਪ ਹੁੰਦਾ। ਨਹੀਂ ਤੇ ਅਸੀਂ ਇੱਕ ਦਾ ਅਹਿਸਾਸ ਜੀਵਨ 'ਚ ਨਹੀਂ ਵਰਤਿਆ ਤੇ ਕਿੰਨੇ ਝਗੜੇ ਨੇ।
ਮੰਦਰ ਵਾਲਾ ਮਸੀਤ ਵਾਲਾ ਰੱਬ ਚੰਗਾ ਨਹੀਂ ਸਮਝਦਾ, ਮਸੀਤ ਵਾਲਾ ਮੰਦਰ ਵਾਲੇ ਨੂੰ ਚੰਗਾ ਨਹੀਂ ਸਮਝਦਾ। पर जिस ਨੂੰ अनुभव हो गया उसी के नूर से रोशन है सब जहां, क्षमा हरम की हो या दिया सोमनाथ का। कोई क्षमा हरम च बलदी होए ਜਾਂ सोमनाथ किसे दिवाले शिवाले च बलदी होए, फर्क थोड़ा ਉਹਦੀ ਜੋਤ ਦਾ। अकाल पुरख ਦੀ सत्ता एक संत ਵਿੱਚ ਵੀ ਉਨੀ ਹੈ, ਇੱਕ ਚੋਰ ਵਿੱਚ ਵੀ ਉਨੀ ਆਪਾਂ ਕਹਿ ਲਈਏ। ਫਰਕ ਉਸ ਦੀ ਜੋਤ ਦਾ ਨਹੀਂ ਹੋਏਗਾ, ਫਰਕ ਉਹਦੀ ਲਖਤਾ ਦਾ ਜ਼ਰੂਰ ਹੋਏਗਾ। ਜਿਸ ਨੇ ਉਸ ਦੀ ਜੋਤ ਦੀ ਲਖਤਾ ਮਹਿਸੂਸ ਕਰ ਲਈ ਹੈ ਉਹਦਾ ਜੀਵਨ ਨਿਰਮਲ ਹੋ ਗਿਆ। ਜਿਹਨੇ ਲਖਤਾ ਮਹਿਸੂਸ ਨਹੀਂ ਕੀਤੀ ਉਹ ਵਿਕਾਰੀ ਹੋ ਗਿਆ, ਉਹਦੇ ਜੀਵਨ ਚੌਗਣ ਵਰਤ ਜਾਂਦੇ ਨੇ। ਫਰਕ ਹੀ ਹੈ, ਜੋਤ ਦਾ ਫਰਕ ਨਹੀਂ ਹੈ, ਕਲਾ ਦਾ ਫਰਕ ਨਹੀਂ ਹੈ। तो जिन्हों बोध आउंदा है रब दे प्यारे नूं, तो मैं बेनती कर रहा है इको ही है, बस दो प्रतीत हो रहे है सानू। जिवें किसी बंदे नूं दो दिखाई देण, उहदियां अखां ठीक नहीं है, डॉक्टर कोल जाना जरूरी है। जिस मनुख दे सुरत ध्यान विच एक ना होए, वो कहे भी आ हिंदू है, आ मुसलमान है, साडा है, ये बेगाना है। इसका अर्थ है गुरु का ज्ञान लैन की बड़ी जरूरत है, बहुत जरूरत है। अज मानवता नूं, समुची मानवता नूं गुरु नानक साहब की शरण विच आउण दी बड़ी जरूरत है, जिहड़ा सभे सांझीवाल का उपदेश बख्शदा है। तो मेरे गुरुदेव ने बख्शिश कीती, जिहड़ा है सी उही सी, जो ठाकुर सद सदा हजूरे। ਅਸੀਂ दूर जा ही नहीं सकते। एक मच्छी तो मर के पानी तो बाहर निकल गई, पप्पा बंदा मर के भी नहीं निकलता। हुक्मे जम्मण हुक्मे मरना, ਉਹਦੇ हुक्म च ही जम्मण है, हुक्म च ही मरना है। सो जिहड़ा इतना नेड़े तो नेड़े है, ताको अंधा जानत दूरे, ये बेसमझ मनुख उस नूं बहुत दूर जाणदा है। अज जो साडे समाज विच धर्म दे नां ते ਵਰਤਾਰਾ ਵਰਤ ਰਿਹਾ, ਪ੍ਰਤੀਤ ਹੁੰਦਾ ਵੀ ਬੰਦਾ ਜਾਂ ਬੰਦੇ ਦਾ ਰੱਬ ਗਵਾਚ ਗਿਆ, ਇੱਦਾਂ ਪ੍ਰਤੀਤ ਹੁੰਦਾ। ਜਿਵੇਂ ਬੰਦਾ ਰੱਬ ਦੇ ਨਾਂ 'ਤੇ ਭੱਜ ਰਿਹਾ ਨਾ, ਕੋਈ ਪਹਾੜ ਨਹੀਂ ਛੱਡਿਆ, ਕੋਈ ਨਦੀ ਨਹੀਂ ਛੱਡੀ, ਕੋਈ ਦੱਖਣ ਵੱਲ ਭੱਜ ਰਿਹਾ, ਕੋਈ ਪੱਛਮ ਵੱਲ ਭੱਜ ਰਿਹਾ। ਕਿੰਨੇ ਨੇ ਲੋਕ, पर परमात्मा वाहिगुरू भुलाया जाता है, गवाया नहीं जाता। गवाचण की गुंजाइश, सच के गवाचण की गुंजाइश नहीं है। किवें गवाच जाएगा सच, परतख किवें गवाचेगा। लहर के गवाचण की गुंजाइश है, पानी के गवाचण की गुंजाइश नहीं है। गहना टुट सकता है, सोने के टुटण की गुंजाइश नहीं उत्ते रहेगा। गहना टुट गया, सोने की कीमत तो उन्नी रहिंदी है। ਤਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਔਰੰਗਜ਼ੇਬ ਸ਼ਰੀਰਾਂ ਦੇ ਭਾਂਡੇ ਟੁੱਟ ਗਏ ਨੇ ਸਾਹਿਬਜ਼ਾਦਿਆਂ ਦੇ, ਪਰ ਉਹਨਾਂ ਦੇ ਗੁਣ ਨਹੀਂ ਮੁੱਕੇ। ਜਿਵੇਂ ਸੋਨੇ ਦਾ ਭਾਂਡਾ ਗਹਿਣਾ ਟੁੱਟ ਜਾਏ, ਉਹਦੀ ਕੀਮਤ ਤਾਂ ਵੀ ਉਨੀ ਰਹਿੰਦੀ ਹੈ। ਜਿਨ੍ਹਾਂ ਨੇ ਉਸ ਵਰਤ ਰਹੇ ਮਾਲਕ ਨੂੰ ਇਤਨਾ ਨੇੜੇ ਜੀਵਨ 'ਚ ਮਹਿਸੂਸ ਕੀਤਾ, ਇੰਨੀ ਨੇੜੇ ਤੋਂ ਨੇੜੇ, ਉਹਨਾਂ ਦੇ ਅਨੁਭਵ ਦੇ ਗਵਾਚਣ ਦੀ ਗੁੰਜਾਇਸ਼ ਨਹੀਂ ਹੈ ਕਦੇ। ਉਹ ਨਹੀਂ, ਉਹ ਜਿਹਨੂੰ ਸਾਹਿਬ ਕਹਿੰਦੇ ਸਦਾ ਹਜ਼ੂਰ ਹੈ, ਉਹ ਕਰਮ ਦੇ ਵੀ ਨਾਲ ਤੁਰਦਾ ਸਾਡੇ, ਜਿੱਥੇ ਸੰਸਾਰ ਬਾਰੀ ਵਜੂਦ ਨਹੀਂ ਤੁਰ ਸਕਿਆ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਬਹੁਤ ਨੇੜੇ, ਜੋ ਠਾकुर सद सदा हजूरे, ताको अंधा जानत दूरे। बड़ो दूर जा रहे दखण देख हरि का वासा, पच्छम अल्लाह मुकामा। दिल में खोज दिलै दिल खोजो, यही ठौर मुकामा। किसी ने दखण दिशा मल लई, किसी ने पच्छम दिशा मल लई। गुरुदेव कहते अपने आप नूं फरोलेगा, तेरे चो ही बैठा मिलना तेन। ओदी समाधि है, कर आसन डिठो चाओ। फुल च भी ओदी समाधि है, कंडे च भी वो बैठा है, मूर्ख च भी वो बैठा है, सियाणे च भी वो बैठा है। जदों रब दा प्यारा इस तरह उसनूं माणदा है ना, फिर उहदे जीवन च वितकरे मिटदे ने। उत्थे जाके बाणी दे बचन ने, जिथे सतगुर ने आख्या
ਮੈਨੂੰ ਜੋ ਦਿਸਦਾ ਮਾਲਕ ਤੇਰਾ ਹੀ ਪ੍ਰਤੀਤ ਹੁੰਦਾ। ਨਾ ਕੋ ਹਮਾਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬੈਰਾਈ। ਉੱਥੇ ਜਾ ਕੇ ਸਾਹਿਬ ਨੇ ਬਚਨ ਕਹੇ ਨੇ। ਤੋ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਜਾ ਕੀ ਟਹਿਲ ਪਾਵੈ ਦਰਗਾ ਮਾਨ। ਜਿਸ ਦੀ ਟਹਿਲ ਦੇ ਵਿੱਚੋਂ ਉਹਦੀ ਹਜ਼ੂਰੀ 'ਚ ਮਾਣ ਹੈ, ਇਹ ਵੀ ਰੱਬ ਦੀ ਦਰਗਾਹ ਹੈ। ਦਰਗਾਹ ਜਿੱਥੇ ਉਹ ਬੈਠਾ ਹੈ ਉਹਦੀ ਦਰਗਾਹ ਹੈ, ਇਹ ਵੀ ਉਹਦੀ ਦਰਗਾਹ ਹੈ। ਸੰਸਾਰ ਵੀ ਉਹਦੀ ਦਰਗਾਹ ਹੈ, ਵੀ ਯਾਦ ਰੱਖੀਏ। ਆ ਸਰੀਰ ਵੀ ਉਹਦੀ ਦਰਗਾਹ ਹੈ, ਕਿਉਂਕਿ ਆਪਾਂ ਪੁੱਛੀਏ ਕਿੱਥੇ ਰੱਬ ਹੈ ਜੀ, ਬੰਦਾ ਕਹੇਗਾ ਅੰਦਰ ਰੱਬ ਬੈਠਾ ਹੈ। ਫਿਰ ਜਿੱਥੇ ਬੈਠਾ ਉਹਦੀ ਦਰਗਾਹ ਹੈ ਨਾ ਉਹ। ਤਾਂ ਹੀ ਸਾਹਿਬ ਕਹਿੰਦੇ ਸਰੀਰ ਨੂੰ ਤੁਸੀਂ ਮੰਦਰ ਹਰਮੰਦਰ ਸਮਝ ਲਿਓ, ਬੜੀ ਵੱਡੀ ਪਵਿੱਤਰਤਾ ਜੀਵਨ 'ਚ ਆ ਜਾਏਗੀ, ਬਹੁਤ ਵੱਡੀ। ਹਰਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ। ਇਹ ਬਹੁਤ ਪਿਆਰਾ ਰੱਬ ਦਾ ਮੰਦਰ, ਰੱਬ ਦੀ ਦਰਗਾਹ ਹੈ, ਜਿੱਥੋਂ ਰੱਬ ਦੇ ਪਿਆਰਿਆਂ ਨੇ ਉਹਦੇ ਦਰਸ਼ਨ ਕਰ ਲਏ। ਇਸ ਜੀਵਨ 'ਚੋਂ ਜਿੰਨੇ ਇਤਨਾ ਇਸ ਜੀਵਨ ਨੂੰ ਗਹਿਰੇ ਰੂਪ ਦੇ ਅੰਦਰ ਜਾਣਿਆ। ਸੋ ਸੰਸਾਰ ਵੀ ਉਹਦੀ ਦਰਗਾਹ ਹੈ। ਇਹ ਜਗ ਸੱਚਾ ਕੀ ਹੈ ਕੋਠੜੀ। ਹਾਂ ਠੀਕ ਹੈ, ਨਜ਼ਰੀਆ ਵੱਖੋ ਵੱਖ ਹੋ ਸਕਦਾ ਹੈ। ਜਿਵੇਂ ਜਿਵੇਂ ਕਿਸੇ ਦੀ ਅਵਸਥਾ ਹੁੰਦੀ, ਗੁਰੂ ਕੀ ਬਾਣੀ ਵੀ ਹੈ ਨਾ ਜਿਹੜੀ ਗੁਰਮੁਖ ਪਿਆਰਿਓ, ਗੁਰਬਾਣੀ ਵੀ ਸਟੇਜਾਂ ਮੁਤਾਬਕ ਹੈ। ਗ੍ਰਸਤੀ ਵਾਸਤੇ ਗ੍ਰਸਤੀ ਦਾ ਉਪਦੇਸ਼ ਹੈ, ਜੋਗੀ ਵਾਸਤੇ ਜੋਗੀ ਦਾ ਉਪਦੇਸ਼ ਹੈ। ਸੰਸਾਰ ਦ੍ਰਿਸ਼ ਹੈ ਤੇ ਇੱਕੋ ਹੀ, ਪਰ ਦ੍ਰਿਸ਼ਟਾ ਵੱਖੋ ਵੱਖ ਹੁੰਦੇ ਨੇ, ਦਿਸ ਵੱਖੋ ਵੱਖ ਰਹੇ। ਕੋਈ ਸੰਸਾਰੀ ਹੈ, ਸੰਸਾਰ ਨੂੰ ਹੀ ਸਭ ਕੁਝ ਸਮਝੇਗਾ। ਜਿੱਥੇ ਸਤਿਗੁਰ ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਣ ਰਹੇ ਹੋ ਰਮੀਤ, ਉੱਥੇ ਜਗਿਆਸੂ ਹੈ, ਇਸ ਨੂੰ ਗਿਆਨ ਦਾ ਮੰਡਲ ਸਮਝਦਾ ਹੈ। ਜਗਿਆਸੂ ਜਿਹੜਾ ਅਨੁਭਵੀ ਹੈ ਰੱਬ ਦਾ ਪੁਰਖ, ਉਹਦੇ ਵਾਸਤੇ ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਉਹਦੇ ਵਾਸਤੇ ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਦ੍ਰਿਸ਼ ਤੇ ਕੋਈ ਹੈ, ਸੰਸਾਰ ਤੇ ਕੋਈ ਹੈ। ਇਹਨੂੰ ਗੁਰੂ ਕੀ ਬਾਣੀ ਨੇ ਸੱਚੇ ਦੀ ਕੋਠੜੀ ਵੀ ਕਿਹਾ, ਇਹਨੂੰ ਬਾਣੀ ਨੇ ਝੂਠ ਵੀ ਕਿਹਾ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰਮੀਤ। ਕਿਉਂਕਿ ਗੁਰੂ ਕੀ ਬਾਣੀ ਵਿੱਚ ਜੈਸੀ ਸਾਡੀ ਅਵਸਥਾ ਹੈ, ਵੈਸਾ ਸਤਿਗੁਰ ਨੇ ਸਾਨੂੰ ਗਿਆਨ, ਵੈਸਾ ਬੋਧ ਬਖਸ਼ਿਸ਼ ਕੀਤਾ ਹੈ। ਜੈਸੀ ਅਵਸਥਾ ਹੁੰਦੀ ਹੈ ਤੇ ਜੈਸੀ ਅਵਸਥਾ ਹੁੰਦੀ ਹੈ, ਸੰਸਾਰ ਵੈਸਾ ਪ੍ਰਤੀਤ ਹੁੰਦਾ ਹੈ। ਕਿ ਕੋਈ ਗਾਂ ਨੂੰ ਮਾਂ ਕਹਿ ਰਿਹਾ, ਪੇੜਾ ਖਵਾ ਰਿਹਾ ਹੈ। ਕੋਈ ਗਾਂ ਦੇ ਅੱਗੇ ਚਾਰਾ ਰੱਖ ਕੇ ਦੁੱਧ ਲੱਭਦਾ ਪਿਆ ਹੈ। ਕਿਸੇ ਨੂੰ ਉਹ ਜਾਨਵਰ ਦਿਸ ਰਿਹਾ, ਕਿਸੇ ਨੂੰ ਉਹ ਦੇਵਤਾ ਦਿਸ ਰਿਹਾ, ਕਿਸੇ ਨੂੰ ਦੁੱਧ ਦੇਣ ਦਾ ਸਾਧਨ ਦਿਸ ਰਿਹਾ ਹੈ ਤੇ ਕੋਈ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ ਹੈ, ਉਸੇ ਤਰ੍ਹਾਂ ਦਾ ਦ੍ਰਿਸ਼ ਪ੍ਰਤੀਤ ਹੁੰਦਾ ਹੈ। ਦ੍ਰਿਸ਼ ਤਾਂ ਹੀ ਬਾਣੀ ਕਹਿੰਦੀ ਰੁੱਖਾਂ ਨੇ ਨਹੀਂ ਬਦਲਣਾ। ਜੇ ਕਹੋਗੇ ਵੀ ਕਲਯੁਗ ਆਇਆ, ਹੁਣ ਸਤਯੁਗ ਆਏਗਾ ਤੇ ਅਸੀਂ ਚੰਗੇ ਹੋ ਜਾਣਾ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤਰੈ, ਸਾ ਧਰਤੀ ਸੋ ਪੌਣ ਚਲਾਰੇ, ਜੁਗ ਜੀ ਖੇਲੇ ਥਾਮ ਕੈਸੇ। ਗੁਰੂ ਨਾਨਕ ਸਾਹਿਬ ਕਹਿੰਦੇ ਵੇਖੋ, ਸਦੀਆਂ ਤੋਂ ਸੂਰਜ ਵੈਸਾ ਹੈ, ਚੰਦਰਮਾ ਵੈਸਾ ਹੈ, ਹਵਾ ਵੈਸੀ ਹੈ। ਕੀ ਬਦਲਦਾ ਹੈ? ਬੰਦੇ ਦੀਆਂ ਬਿਰਤੀਆਂ ਜ਼ਰੂਰ ਬਦਲਦੀਆਂ ਨੇ। ਜੈਸੀ ਬਿਰਤੀ ਜ਼ਿਆਦੀ ਮਿਕਦਾਰ 'ਚ ਹੁੰਦੀ ਹੈ, ਵੈਸਾ ਸਮਾਜ ਬਣ ਜਾਂਦਾ ਹੈ। ਇਹ ਨਹੀਂ ਵੀ ਅੱਜ ਦੇ ਸਮਾਜ ਵਿੱਚ ਸੱਚੇ ਬੰਦੇ ਨਹੀਂ, ਇਹ ਨਹੀਂ ਵੀ ਅੱਜ ਦੇ ਸਮਾਜ ਵਿੱਚ ਧਰਮੀ ਬੰਦੇ ਨਹੀਂ, ਜਾਂ ਇਹ ਵੀ ਨਹੀਂ ਵੀ ਜਦੋਂ ਆਪਾਂ ਸਤਿਯੁਗ ਕਹਿੰਦੇ ਸਾਂ ਉਦੋਂ ਕੋਈ ਝੂਠਾ ਬੰਦਾ ਨਹੀਂ ਸੀ। ਉੱਥੇ ਵੀ ਹਰਨਾਕਸ਼ ਵਰਗੇ ਬੈਠੇ ਨੇ, ਉੱਥੇ ਬੈਠੇ ਨੇ, ਉੱਥੇ ਵੀ ਰਾਵਣ ਵਰਗੇ ਬੈਠੇ ਨੇ। ਬਸ ਜਿਹੜੀ ਬਿਰਤੀ ਜ਼ਿਆਦਾ ਪ੍ਰਧਾਨ ਹੁੰਦੀ ਹੈ, ਸਮਾਜ ਦੀ ਪਛਾਣ ਉਸ ਰੂਪ ਅੰਦਰ ਪ੍ਰਗਟ ਹੋ ਜਾਂਦੀ ਹੈ। ਅੱਜ ਬਿਰਤੀ ਕੂੜ ਦੀ ਜ਼ਿਆਦਾ, ਸਵਾਰਥ ਦੀ ਜ਼ਿਆਦਾ ਪ੍ਰਧਾਨ ਹੈ, ਸਮਾਜ ਦੀ ਪਛਾਣ ਉਸ ਰੂਪ ਅੰਦਰ ਬਣੀ ਹੈ। ਪਰ ਇਹ ਵੀ ਨਹੀਂ ਕੋਈ ਸੰਤ ਨਹੀਂ, ਕੋਈ ਬ੍ਰਹਮ ਗਿਆਨੀ ਨਹੀਂ, ਕੋਈ ਭਗਤ ਨਹੀਂ, ਕੋਈ ਰੱਬ ਦਾ ਪਿਆਰਾ ਵੀ ਨਹੀਂ, ਇਹ ਵੀ ਨਹੀਂ ਆਪਾਂ ਕਹਿ ਸਕਦੇ। ਸੋ ਮੇਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਹੈ, ਜਿਹੜਾ ਅਕਾਲ ਪੁਰਖ ਮਾਲਕ ਵਾਹਿਗੁਰੂ, ਅੱਜ ਇਹਦੀ ਇਹ ਦਰਗਾਹ ਹੈ, ਸੰਸਾਰ ਹੈ। ਜਾ ਕੀ ਟਹਿਲ ਪਾਵੈ ਦਰਗਾਹ ਮਾਨ, ਜਿਹਦੀ ਟਹਿਲ ਦੇ ਵਿੱਚੋਂ
ਉਹ ਟਹਿਲ ਸਿੱਖ ਨੇ, ਟਹਿਲ ਦਾ ਅਰਥ ਹੈ ਸੇਵਾ। ਸਿੱਖ ਨੇ ਸੇਵਾ ਕਰਨੀ ਸੀ, ਮੈਨੂੰ ਗੁਰੂ ਦੀ ਮੱਤ ਆ ਜਾਏ। ਭਾਂਡੇ ਧੋਣੇ ਨੇ, ਮਨ ਨਿਰਮਲ ਹੋ ਜਾਏ। ਝਾੜੂ ਮਾਰਨਾ, ਅੰਦਰ ਦੀ ਗਿਆਨਤਾ ਬਿਨਸ ਜਾਏ, ਤਾਂ ਜੋ ਮੈਨੂੰ ਉਹਦੀ ਦਰਗਾਹ ਦੀ ਸੋਝੀ ਆ ਜਾਏ। ਵਾਹਿਗੁਰੂ ਤੂੰ ਵਰਤ ਰਿਹਾ, ਤੇਰੇ 'ਚ ਹਾਜ਼ਰ ਨਾਜ਼ਰਤਾ ਹੈ। ਤੋ ਜਿਹਨੂੰ ਇਹ ਬੋਧ ਆ ਗਿਆ, ਸਤਿਗੁਰ ਕਹਿੰਦੇ ਇੱਥੇ ਵੀ ਮਾਣ ਹੈ, ਉੱਥੇ ਵੀ ਮਾਣ ਹੈ, ਉਹਦਾ ਲੋਕ ਵੀ ਸੁਖੀ ਹੈ, ਉਹਦਾ ਪਰਲੋਕ ਵੀ ਸੁਹੇਲਾ ਹੈ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਨੇ ਗੁਰੂ ਦੀ ਇਹ ਜੁਗਤੀ ਦ੍ਰਿੜ ਕਰ ਲਈ, ਉੱਥੇ ਆਨੰਦ ਹੀ ਆਨੰਦ ਹੈ। ਪਰ ਸਾਹਿਬ ਆਖਦੇ ਤਿਸੈ ਵਿਸਾਰੈ ਮੁਗਧ ਅਜਾਣ, ਉਹਨੂੰ ਵਿਸਾਰਤਾ ਇਸ ਮੁਗਧ ਅਜਾਣ ਬੰਦੇ ਨੇ। ਇੱਦਾਂ ਸਲੂਕ ਕਰ ਰਿਹਾ ਧਰਮ ਦੇ ਜਗਤ ਵਿੱਚ ਜਿਵੇਂ ਬੰਦੇ ਦਾ ਰੱਬ ਗਵਾਚਾ ਹੋਏ ਸੱਚ ਜਾਣੇ। ਅੱਜ ਇੱਦਾਂ ਹੀ ਪ੍ਰਤੀਤ ਹੁੰਦਾ, ਜਿੱਦਾਂ ਦੀਆਂ ਯਾਤਰਾਵਾਂ ਚੱਲ ਰਹੀਆਂ ਨੇ, ਜਿੱਦਾਂ ਦਾ ਬਾਹਰ ਸੜਕਾਂ 'ਤੇ ਰੌਲਾ ਪੈ ਰਿਹਾ, ਇੱਦਾਂ ਹੀ ਲੱਗਦਾ ਵੀ ਲੱਗਦਾ ਬੰਦੇ ਦਾ ਰੱਬ ਗਵਾਚ ਗਿਆ। ਜਿਹੜਾ ਬੰਦੇ ਨੇ ਬਣਾਇਆ ਸੀ ਉਹ ਰੱਬ ਗਵਾਚ ਸਕਦਾ ਹੈ, ਜਿਸ ਰੱਬ ਨੇ ਬੰਦਾ ਬਣਾਇਆ ਉਹ ਕਿੱਥੋਂ ਗਵਾਚ ਸਕਦਾ ਹੈ? ਉੱਤੇ ਵਰਤ ਰਿਹਾ ਹੈ, ਉਹਦੀ ਤੇ ਮੌਜੂਦਗੀ ਜ਼ਰੇ ਜ਼ਰੇ ਦੇ ਅੰਦਰ ਹੈ, ਤੇ ਉਹ ਭੁਲਾਇਆ ਜਾਂਦਾ ਹੈ। ਪਰਮਾਤਮਾ ਵਾਹਿਗੁਰੂ ਗਵਾਇਆ ਨਹੀਂ ਕਦੇ ਜਾਂਦਾ। ਉਹ ਰਾਬੀਆ ਮਾਈ ਸੁਣਿਆ ਤੁਸੀਂ, ਸੂਈ ਲੱਭ ਰਹੀ ਹੈ। ਇੱਕ ਬੰਦਾ ਆਇਆ, ਲੱਭਣ ਲੱਗਾ, ਦੂਜਾ ਆਇਆ, ਉਹ ਵੀ ਲੱਭਣ ਲੱਗ ਪਿਆ, ਪਿੰਡ ਇਕੱਠਾ ਹੋ ਗਿਆ। ਕਿਸੇ ਨੇ ਪੁੱਛ ਲਿਆ, ਮਾਈ ਸੂਈ ਪਤਾ ਹੈ ਤੈਨੂੰ, ਗਲੀ 'ਚ ਡਿੱਗੀ ਹੈ? ਰਾਬੀਆ ਕਹਿਣ ਲੱਗੀ, ਨਹੀਂ ਸੂਈ ਤੇ ਮੇਰੇ ਘਰ 'ਚ ਗਵਾਚੀ ਹੈ। ਤੇ ਮਾਂ ਫਿਰ ਘਰ ਜਾ ਕੇ ਕਿਉਂ ਨਹੀਂ ਲੱਭਦੀ? ਆਖਣ ਲੱਗੀ, ਘਰ 'ਚ ਹਨੇਰਾ ਹੈ, ਗਲੀ 'ਚ ਚਾਨਣ ਹੈ। ਮੈਂ ਸੋਚਿਆ ਚਾਨਣ 'ਚ ਚੀਜ਼ ਲੱਭਦੀ ਹੁੰਦੀ ਹੈ, ਗਲੀ 'ਚ ਤਾਂ ਕਰਕੇ ਲੱਭ ਰਹੀ ਹਾਂ। ਉਹ ਲੋਕ ਕਹਿਣ ਲੱਗੇ, ਮਾਈ ਜਿੱਥੇ ਚੀਜ਼ ਗਵਾਚੀ ਹੈ ਲੱਭਣੀ ਉੱਥੇ ਹੈ, ਜੇ ਚਾਨਣ ਉੱਥੇ ਨਹੀਂ, ਚਾਨਣ ਪੈਦਾ ਕਰ, ਫਿਰ ਲੱਭੇਗੀ ਉੱਥੇ ਹੀ। ਤੇ ਰਾਬੀਆਂ ਨੇ ਕਿਹਾ, ਬਸ ਇਹੀ ਗੱਲ ਮੈਂ ਤੁਹਾਨੂੰ ਸਮਝਾਉਣੀ ਸੀ ਵੀ ਜਿੱਥੋਂ ਰੱਬ ਹੈ ਉੱਥੇ ਹੀ ਲੱਭੋ। ਤੁਸੀਂ ਬਾਹਰ ਲੱਭ ਰਹੇ ਹੋ, ਤੁਸੀਂ ਲੜਦੇ ਹੋ ਮਸੀਤ ਤੇ ਮੰਦਰ ਦੇ ਬਾਰੇ। ਇਹ ਤੇ ਮੈਂ ਤੁਹਾਨੂੰ ਸਮਝਾਉਣਾ। ਜੇ ਅੰਦਰ ਚਾਨਣ ਨਹੀਂ ਹੈ ਗਿਆਨ ਦਾ, ਉਹ ਪੈਦਾ ਕਰੀਏ। ਜੇ ਘਰ 'ਚ ਚਾਨਣ ਹੋਏ ਚੀਜ਼ਾਂ ਦਿਸ ਪੈਂਦੀਆਂ ਨੇ, ਜੇ ਘਰ 'ਚ ਹਨੇਰਾ ਹੋਏ ਆਪਣਾ ਘਰ ਵੀ ਓਪਰਾ ਓਪਰਾ ਪ੍ਰਤੀਤ ਹੁੰਦਾ ਹੈ। ਉਹ ਵੀ ਇਸ ਵਾਸਤੇ ਜਿਨ੍ਹਾਂ ਨੇ ਜੀਵਨ 'ਚੋਂ ਲੋ ਉਹ ਅਨੁਭਵ ਪੈਦਾ ਕਰ ਲਿਆ, ਸਭ ਤੋਂ ਸ੍ਰੇਸ਼ਟ ਨੇ। ਨਹੀਂ ਤੇ ਸਾਹਿਬ ਕਹਿੰਦੇ ਅੰਦਰ ਹਨੇਰਾ ਹੈ, ਬੰਦਾ ਬਾਹਰ ਲੱਭਦਾ ਫਿਰਦਾ ਹੈ। ਤਿਸੈ ਵਿਸਾਰੈ ਮੁਗਧ ਅਜਾਨ। ਤੋ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਜਿਹੜਾ ਮਾਲਕ ਜੋ ਠਾਕੁਰ ਸਦ ਸਦਾ ਹਜ਼ੂਰੇ, ਤਾਕੋ ਅੰਧਾ ਜਾਨਨ ਦੂਰੇ, ਜਾ ਕੀ ਟਹਿਲ ਪਾਵੈ ਦਰਗਾ ਮਾਨ, ਤਿਸੈ ਵਿਸਾਰੈ ਮੁਗਧ ਅਜਾਨ। ਸਦਾ ਸਦਾ ਇਹ ਭੁੱਲਣਹਾਰ। ਹਮੇਸ਼ਾ ਹੀ ਭੁੱਲਦੇ ਹਾਂ। ਸਭ ਤੋਂ ਵੱਡੀ ਜ਼ਿੰਦਗੀ ਦੀ ਭੁੱਲ ਹੀ ਸਾਡੀ ਇਹ ਹੈ, ਆਪਣੇ ਮਾਲਕ ਨੂੰ ਭੁੱਲ ਜਾਣਾ। ਭੁੱਲਾਂ ਬਹੁਤ ਹੋਣਗੀਆਂ, ਪਰ ਭੁੱਲਾਂ ਦੇ ਵਿੱਚੋਂ ਬਾਣੀ ਨੇ ਕਿਹਾ ਸਭ ਤੋਂ ਵੱਡੀ ਭੁੱਲ ਹੈ ਉਸ ਕਰਤੇ ਮਾਲਕ ਵਾਹਿਗੁਰੂ ਦਾ ਵਿਸਰ ਜਾਣਾ। ਤੇ ਜਿੱਡੀ ਵੱਡੀ ਭੁੱਲ ਹੁੰਦੀ ਹੈ, ਪਛਤਾਵਾ ਵੀ ਓਡਾ ਵੱਡਾ ਹੁੰਦਾ ਹੈ। ਭੁਲਾਵੜ ਹੈ ਭੁੱਲੀ ਭੁੱਲ, ਭੁੱਲ ਪਛੋਤਾਣੀ। ਤੁਸੀਂ ਵੇਖੋ, ਜਿੱਡੀ ਜ਼ਿੰਦਗੀ 'ਚ ਭੁੱਲ ਹੋਏਗੀ, ਪਛਤਾਵਾ ਓਡਾ ਜ਼ਿਆਦਾ ਹੋਏਗਾ। ਤੋ ਗੁਰਦੇਵ ਕਹਿੰਦੇ ਭੁੱਲਾਂ 'ਚੋਂ ਸਭ ਤੋਂ ਵੱਡੀ ਭੁੱਲ ਹੈ ਮਾਲਕ ਦਾ ਵਿਸਰ ਜਾਣਾ। ਉਹਦੇ ਭੁੱਲ ਜਾਣ 'ਚ ਹੀ ਰੋਗ ਵਿਆਪਦੇ ਨੇ, ਉਹਦੇ ਭੁੱਲ ਜਾਣ 'ਚ ਹੀ ਸੋਗ ਵਿਆਪਦੇ ਨੇ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਰੋਗ ਵਾਪੇ ਕਿਉਂ? ਕਿਉਂਕਿ ਰੱਬ ਨੂੰ ਭੁੱਲ ਕੇ ਭੋਗ ਕਰਦਾ ਹੈ, ਖਾਣ 'ਚ ਹੀ ਖਚਤ ਹੋ ਗਿਆ। ਉਹਦੀ ਭੁੱਲ 'ਚੋਂ ਭੋਗ ਪੈਦਾ ਹੋਏ, ਭੋਗ 'ਚੋਂ ਸੋਗ ਪੈਦਾ ਹੋਏ, ਸੋਗ 'ਚੋਂ ਰੋਗ ਪੈਦਾ ਹੋ ਗਏ। ਕਾਰਨ ਤੇ ਉੱਥੋਂ ਹੀ ਵਰਤਿਆ ਸਾਹਿਬ ਕਹਿੰਦੇ। ਤੇ ਇਹ ਨਹੀਂ ਹੋ ਸਕਦਾ ਜ਼ਿੰਦਗੀ 'ਚ ਭੋਗ ਹੋਣ ਰੋਗ ਨਾ ਹੋਣ। ਜੇ ਭੋਗ ਹੋਣਗੇ ਰੋਗ ਹੋਣਗੇ। ਇਹ ਨਹੀਂ ਹੋ ਸਕਦਾ ਵੀ ਰੋਗ ਹੋਣ ਬੰਦੇ ਕੋਲ ਸੋਗ ਨਾ ਹੋਏ। ਰੋਗੀ ਹਾਏ ਹਾਏ ਕਰਦਾ, ਰੋਗੀ ਕਦੇ ਖੁਸ਼ੀਆਂ ਨਹੀਂ ਮਨਾਉਂਦਾ। ਤੇ ਭੁੱਲਾਂ ਦੇ ਵਿੱਚੋਂ ਸਭ ਤੋਂ ਵੱਡੀ ਭੁੱਲ ਹੈ ਜਿਸ ਨੇ ਸਿਰਜਿਆ ਸੀ, ਜਿਸ ਨੇ ਕਲਾ ਬਖਸ਼ੀ ਸੀ,
ਜਿਹੜਾ ਨੇੜੇ ਤੋਂ ਨੇੜੇ ਹੋ ਕੇ ਪ੍ਰਤਪਾਲਨਾ ਕਰ ਰਿਹਾ ਸੀ, ਸਦਾ ਸਦਾ ਇਹ ਭੁੱਲਣਹਾਰ ਨਾਨਕ ਰਾਖਣਹਾਰ ਅਪਾਰ। ਕਿੱਡਾ ਦਿਆਲੂ ਹੈ ਮਾਲਕ ਵਾਹਿਗੁਰੂ। ਅਸੀਂ ਵਾਰ-ਵਾਰ ਭੁੱਲਦੇ ਹਾਂ, ਫਿਰ ਦਾਤਾਂ ਦੇਈ ਜਾ ਰਿਹਾ। ਅਸੀਂ ਵਾਰ-ਵਾਰ ਵਿਸਾਰਿਆ, ਉਹ ਫਿਰ ਚੇਤੇ ਰੱਖਦਾ। ਉਹਨੇ ਚੇਤੇ ਰੱਖਿਆ ਤਾਂ ਹੀ ਸਵੇਰੇ ਸਵਾਸ ਆਏ ਨੇ, ਤਾਂ ਹੀ ਜ਼ਿੰਦਗੀ ਵੇਖੀ ਹੈ, ਤਾਂ ਹੀ ਰਾਤ ਲੰਘੀ ਹੈ, ਤਾਂ ਹੀ ਹੁਣ ਤੱਕ ਦਾ ਸਾਡੇ ਕੋਲ ਸਮਾਂ ਸੀ। ਉਹ ਸਾਨੂੰ ਚੇਤੇ ਕੀਤਾ, ਤਾਂ ਹੀ ਸਾਡੇ 'ਚ ਚੇਤਨਾ ਹੈ। ਜਿੱਦਣ ਸਾਡਾ ਚੇਤਾ ਉਹਨੇ ਭੁੱਲਤਾ, ਉਦਣ ਸਾਡੇ ਕੋਲ ਵੀ ਚੇਤਾ ਨਹੀਂ ਰਹਿਣਾ, ਸਾਡੇ ਕੋਲ ਵੀ ਕਲਾ ਨਹੀਂ ਰਹਿਣੀ। ਸਾਰ ਸੰਭਾਲੈ ਨਿਤ ਪ੍ਰਤ ਪਾਲੈ, ਪ੍ਰੇਮ ਸਹਿਤ ਗਲ ਲਾਵੇ। ਉਹ ਸੰਭਾਲਦਾ ਹੈ ਤਾਂ ਹੀ ਸਭ ਕੁਝ ਵਰਤਾਰਾ ਵਰਤ ਰਿਹਾ ਹੈ। ਤੇ ਗੁਰਦੇਵ ਕਹਿੰਦੇ ਇਤਨਾ ਪ੍ਰਤੱਖ ਮਾਲਕ ਵਾਹਿਗੁਰੂ ਰੱਖਣਹਾਰ। ਪਰ ਹੇ ਮਾਲਕ ਵਾਹਿਗੁਰੂ, ਇਹ ਜੀਵ ਭੁੱਲਦਾ ਹੈ, ਤੂੰ ਬਖਸ਼ਿਸ਼ ਕਰਨ ਵਾਲਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਰਤਨ ਨੂੰ ਛੱਡ ਦਿੰਦਾ। ਸੱਚ ਤੋਂ ਵੱਡਾ ਕੋਈ ਰਤਨ ਨਹੀਂ ਹੈ ਤੇ ਝੂਠ ਤੋਂ ਵੱਡੀ ਕੋਈ ਕੌਡੀ ਨਹੀਂ ਹੋਏਗੀ। ਗੁਰੂ ਦੇ ਗਿਆਨ ਤੋਂ ਵੱਡਾ, ਬਾਣੀ ਤੋਂ ਵੱਡਾ ਕੋਈ ਰਤਨ ਨਹੀਂ ਹੈ ਸੰਸਾਰ ਦੇ ਅੰਦਰ। ਤਾਂ ਹੀ ਸਾਹਿਬ ਕਹਿੰਦੇ ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਰਤਨ ਲਾਲ ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇਂ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧੋ ਜਾਈ। ਜਪਜੀ ਸਾਹਿਬ ਤੋਂ ਵੱਡਾ ਕੋਈ ਖਜ਼ਾਨਾ ਨਹੀਂ। ਤਾਂ ਹੀ ਗੁਟਕਾ ਸ਼ਬਦ ਆਪਾਂ ਵਰਤਦੇ। ਗੁਟਕੇ ਦਾ ਅਰਥ ਕੀ ਹੁੰਦਾ ਹੈ? ਗੁਟਕੇ ਦਾ ਅਰਥ ਹੈ ਉਹ ਬਾਕਸ ਜਿਹਦੇ ਵਿੱਚ ਰਤਨ ਰੱਖੇ ਜਾਂਦੇ ਨੇ। ਗੁਟਕਾ ਇੱਕ ਬਾਕਸ ਨੂੰ ਕਿਹਾ ਜਾਂਦਾ ਹੈ। ਉਹ ਸੰਦੂਕੜੀ, ਉਹ ਬਾਕਸ ਜਿਹਦੇ 'ਚ ਡਾਇਮੰਡ, ਹੀਰੇ, ਰਤਨ ਰੱਖੇ ਜਾਂਦੇ ਨੇ। ਤਾਂ ਹੀ ਆਪਾਂ ਬਾਣੀ ਦੀ ਪੋਥੀ ਨੂੰ ਗੁਟਕਾ ਸਾਹਿਬ ਕਹਿੰਦੇ ਆ, ਕਿਉਂਕਿ ਇਹਦੇ ਤੋਂ ਵੱਡਾ ਦੁਨੀਆ 'ਚ ਕੋਈ ਰਤਨ ਨਹੀਂ ਹੈ ਤੇ ਸਾਡੀਆਂ ਤਿਜੋਰੀਆਂ ਤੋਂ ਵੱਡਾ ਕੋਈ ਕੌਡੀ ਨਹੀਂ ਹੋ ਸਕਦੀ। ਉਹਦੇ ਤੋਂ ਵੱਡੀ ਕੋਈ ਕੌਡੀ ਨਹੀਂ ਹੈ। ਗੁਰੂ ਦੀ ਬਾਣੀ ਗਿਆਨ ਤੋਂ ਵੱਡਾ ਕੋਈ ਰਤਨ ਨਹੀਂ ਹੈ, ਪਰ ਪਛਾਣ ਨਹੀਂ ਹੈ। ਤਾਂ ਕਰਕੇ ਸਤਿਗੁਰ ਕਹਿੰਦੇ ਜਿਤਨੀ ਤਵੱਜੋ ਕੌਡੀ ਨੂੰ ਦਿੱਤੀ, ਉਨੀ ਰਤਨ ਨੂੰ ਬੰਦਾ ਨਹੀਂ ਦਿੰਦਾ। ਰਤਨ ਤਿਆਗ ਕੌਡੀ ਸੰਗ ਰਚੈ। ਅੱਗੇ ਸਾਹਿਬ ਨੇ ਵਿਆਖਿਆ ਕਰ ਦਿੱਤੀ, ਸਾਚ ਛੋੜ ਝੂਠ ਸੰਗ ਬਚੈ। ਸੱਚ ਰਤਨ ਹੈ, ਸੱਚ ਸਦੀਵੀ ਹੈ। ਝੂਠ ਸੰਗ ਮਚੈ, ਮਚੈ ਦਾ ਅਰਥ ਹੈ ਮਚ ਜਾਣਾ, ਰਚ ਮਚ ਜਾਣਾ ਜਿਹਨੂੰ ਆਪਾਂ ਕਹੀਏ। ਸੱਚ ਨੂੰ ਛੱਡ ਕੇ ਝੂਠ ਦੇ ਵਿੱਚ ਰਚ ਮਿਚ ਜਾਂਦਾ ਹੈ। ਜੋ ਛੱਡਣਾ ਸੋ ਅਸਥਿਰ ਕਰ ਮੰਨੈ। ਗੁਰਦੇਵ ਕਹਿੰਦੇ ਜੋ ਛੱਡਣਾ ਪੈਣਾ ਹੈ, ਬੰਦਾ ਛੱਡਦਾ ਤੇ ਨਹੀਂ ਵੈਸੇ, ਪਰ ਛੱਡਣਾ ਪੈਂਦਾ, ਕੀ ਕਰੇ? ਸਮਾਂ ਛੁਡਾ ਦਿੰਦਾ। ਕਾਲ ਦਾ ਬੰਦਾ ਕਿਉਂ ਡਰ ਰੱਖਦਾ ਹੈ? ਸਾਨੂੰ ਮੌਤ ਦਾ ਕਿਉਂ ਡਰ ਹੈ? ਕਿਉਂਕਿ ਮੌਤ ਖੋਹਦੀ ਹੈ ਸਾਡੇ ਕੋਲ। ਜੋ ਅਸੀਂ ਨਹੀਂ ਦੇਣਾ ਚਾਹੁੰਦੇ, ਮੌਤ ਉਹ ਵੀ ਖੋਹ ਲੈਂਦੀ ਹੈ। ਤਾਂ ਕਰਕੇ ਸਭ ਤੋਂ ਵੱਡਾ ਡਰ ਹੈ ਬੰਦੇ ਨੂੰ ਕਾਲ ਨੇ। ਪਰ ਕਾਲ ਨੇ ਉਹ ਛੁਡਾ ਲੈਣਾ ਜਿਹੜਾ ਬੇਗਾਨਾ ਹੁੰਦਾ ਹੈ। ਉਪਰਾ ਛੁਡਾ ਲੈਂਦਾ ਕਾਲ। ਕਾਲ ਨੇ ਉਹ ਕੁਝ ਖੋਹ ਲੈਣਾ ਜੋ ਸੰਸਾਰ ਨਾਲ ਸੰਬੰਧਿਤ ਹੈ, ਨਿਰੰਕਾਰ ਨਾਲ ਸੰਬੰਧਿਤ। ਕਾਲ ਖੋਹ ਨਹੀਂ ਸਕਦਾ। ਜਿਹੜਾ ਨਿਰੰਕਾਰ ਨਾਲ ਸੰਬੰਧਿਤ ਗਿਆਨ ਭਗਤ ਕਬੀਰ ਜੀ ਦਾ ਕਾਲ ਨਹੀਂ ਖੋਹ ਸਕਿਆ। ਭਗਤ ਜੈਦੇਵ ਜੀ ਦਾ ਉਹ ਅਨੁਭਵ ਕਾਲ ਨਹੀਂ ਖੋ ਸਕਿਆ, ਅੱਜ ਤੱਕ ਵਰਤ ਰਿਹਾ ਮਾਨਵਤਾ 'ਚ। ਗਿਆਨ ਰੂਪ ਅੰਦਰ ਭਗਤ ਕਬੀਰ ਜੀ ਅੱਜ ਵੀ ਜੀ ਰਹੇ ਨੇ, ਭਗਤ ਫਰੀਦ ਜੀ ਅੱਜ ਵੀ ਜੀ ਰਹੇ ਨੇ। ਇਸ ਵਾਸਤੇ ਜਿਹੜੀ ਕਾਲ ਦੀ ਪ੍ਰੋਪਰਟੀ ਹੈ ਉਹ ਸਮੇਂ ਨੇ ਖੋ ਲੈਣੀ ਹੈ। ਤੇ ਕਾਲ ਦੇ ਦੋ ਅਰਥ ਨੇ। ਕਾਲ ਦਾ ਅਰਥ ਹੈ ਸਮਾਂ, ਕਾਲ ਦਾ ਅਰਥ ਹੈ ਮੌਤ। ਇਹ ਦੋਨੋਂ ਅਨਿਖੜਵੇਂ ਨੇ। ਜਿੱਥੇ ਸਮਾਂ ਹੈ ਉੱਥੇ ਮੌਤ ਜ਼ਰੂਰ ਹੁੰਦੀ ਹੈ। ਜੋ ਚੀਜ਼ ਕਾਲ 'ਚ ਵਰਤ ਰਹੀ ਹੈ ਉਹ ਇੱਕ ਦਿਨ ਕਾਲ ਦੇ ਅਗੋਸ਼ ਵਿੱਚ ਚਲੀ ਜ਼ਰੂਰ ਜਾਂਦੀ ਹੈ। ਤਾਂ ਕਰਕੇ ਕਾਲ ਦਾ ਅਰਥ ਹੈ ਸਭ ਨੂੰ ਸੋਖਣ ਵਾਲਾ। ਜਿਵੇਂ ਕਾਲਾ ਰੰਗ ਹੁੰਦਾ ਹੈ, ਕੁਦਰਤ ਦੇ ਜਿਹੜੇ ਰੰਗ ਨੇ, ਕਾਲਾ ਰੰਗ ਉਦੋਂ ਬਣਦਾ ਜਿਹੜਾ ਸਾਰੇ ਰੰਗਾਂ ਨੂੰ ਸੋਖ ਲੈਂਦਾ ਹੈ।
ਚਿੱਟਾ ਰੰਗ ਉਦੋਂ ਬਣਦਾ ਜਿਹੜਾ ਕਿਸੇ ਨੂੰ ਨਹੀਂ ਸੋਖਦਾ, ਸਾਰੇ ਛੱਡ ਦਿੰਦਾ। ਧਰਮ ਦੀ ਅਵਸਥਾ ਹੈ ਇਹੀ, ਜਿੱਥੇ ਸੰਸਾਰ 'ਚ ਰਿਹਾ ਜ਼ਰੂਰ ਰੱਬ ਦਾ ਪਿਆਰਾ, ਪਰ ਗ੍ਰਹਿਣ ਕੁਝ ਨਹੀਂ ਕੀਤਾ, ਮੋਹ ਕਿਸੇ ਨਾਲ ਨਹੀਂ ਪਿਆ। ਤਾਂ ਕਰਕੇ ਇੱਕ ਚਿੱਟਾ ਪ੍ਰਤੀਕ ਹੈ ਧਰਮ ਦਾ, ਧਰਮ ਦੇ ਜਗਤ ਵਿੱਚ। ਤਾਂ ਕਰਕੇ ਚਿੱਟੇ ਵਸਤਰ ਪਾਏ ਜਾਂਦੇ ਨੇ। ਪਰ ਬਾਣੀ ਨੇ ਇਹ ਵੀ ਕਿਹਾ, ਜਿਨ੍ਹਾਂ ਨੇ ਚਿੱਟੇ ਪਾਲੇ ਪਰ ਮਨ ਫਿਰ ਕਾਲਾ ਹੈ, ਕੀ ਕਰੋਗੇ ਉੱਥੇ? ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਈਆਂ। ਜੇ ਚਿੱਟੇ ਵਸਤਰ ਧਰਮ ਦਾ ਪ੍ਰਤੀਕ ਪਾਏ ਨੇ, ਮਨ ਵਿੱਚ ਵੀ ਥੋੜ੍ਹੀ ਬਹੁਤ ਸ਼ੁੱਧਤਾ ਜ਼ਰੂਰ ਹੋਣੀ ਚਾਹੀਦੀ ਹੈ, ਜ਼ਰੂਰ ਚਾਹੀਦੀ ਹੈ। ਤਾਂ ਮੈਂ ਬੇਨਤੀ ਕਰ ਰਿਹਾ, ਕਾਲੇ ਤੋਂ ਜਿਹੜਾ ਸੋਖਦਾ ਹੈ, ਸਭ ਨੂੰ ਆਪਣੇ ਆਗੋਸ਼ ਵਿੱਚ ਲੈ ਲੈਂਦਾ, ਜਿਹਨੂੰ ਗੁਰੂ ਸਾਹਿਬ ਕਹਿਣ ਲੱਗੇ ਸਕਲ ਕਾਲ ਕਾ ਕੀਆ ਤਮਾਸ਼ਾ। ਤੇ ਕੋਈ ਐਸੀ ਚੀਜ਼ ਨਹੀਂ ਹੈ ਸੰਸਾਰ ਅੰਦਰ ਜਿਹੜੀ ਕਾਲ ਦੇ ਆਗੋਸ਼ ਵਿੱਚ ਨਾ ਜਾਂਦੀ ਹੋਏ। ਕੋਈ ਚੀਜ਼ ਨਿਰੰਕਾਰ ਦੀ ਦਾਤ ਐਸੀ ਨਹੀਂ ਜਿਹਨੂੰ ਕਾਲ ਖੋ ਸਕਦਾ ਹੋਵੇ। ਤਾਂ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜੋ ਛੱਡਣਾ ਸੋ ਅਸਥਰ ਕਰ ਮਾਨੈ। ਜਿਹੜਾ ਛੱਡ ਦੇਣਾ ਹੈ, ਆ ਸਰੀਰ ਹੋਏ ਕੋਈ ਵੀ ਹੋਏ, ਬੰਦਾ ਉਹਨੂੰ ਪੱਕਾ ਸਮਝ ਲੈਂਦਾ ਹੈ, ਆ ਵੀ ਮੇਰਾ ਹੈ, ਆ ਵੀ ਮੇਰਾ ਹੈ, ਆ ਵੀ ਮੇਰਾ ਹੈ। ਜੋ ਹੋਵਨ ਸੋ ਦੂਰ ਪਰਾਨੈ। ਜਿਹੜੀ ਮੌਤ ਬਹੁਤ ਨੇੜੇ, ਬੰਦਾ ਬੜੀ ਦੂਰ ਜਾਣਦਾ ਉਸਨੂੰ। ਤਾਂ ਹੀ ਮੜੀਆਂ ਬੰਦਾ ਦੂਰ ਬਣਾਉਂਦਾ, ਦਿਸਣ ਨਾ ਸਾਨੂੰ। ਘਰ ਬਹੁਤ ਦੂਰ ਲਏਗਾ, ਮੜੀਆਂ ਲਾਗੇ ਬੰਦਾ ਘਰ ਨਹੀਂ ਲੈਂਦਾ, ਦਿਸਦੀਆਂ ਨੇ ਸਾਹਮਣੇ। ਕਿਉਂ ਦਿਸੇ? ਇਹ ਭੁੱਲਣਾ ਚਾਹੁੰਦਾ ਮੈਂ, ਮਨੁੱਖ ਚਾਹੁੰਦਾ ਹੈ। ਤੇ ਮੈਂ ਕਹਿੰਦਾ ਜਿਹਨੂੰ ਮੜੀਆਂ ਦਿਸਦੀਆਂ ਉਹਨੂੰ ਰੱਬ ਜ਼ਰੂਰ ਦਿਸੇਗਾ, ਯਾਦ ਰੱਖਿਓ। ਤਾਂ ਹੀ ਬਾਣੀ 'ਚ ਕਿੰਨੀ ਵਾਰ ਉਹ ਬਚਨ ਆਖੇ ਨੇ, ਕਿੰਨੀ ਵਾਰ ਬਾਣੀ ਨੇ ਚੇਤਾ ਕਰਾਇਆ। ਫਰੀਦਾ ਗੌਰ ਨਿਮਾਣੀ ਛੱਡ ਕਰੈ, ਨਿਘਰਿਆ ਘਰ ਆਓ। ਸਰ ਪਰ ਮੈਥੇ ਆਵਣਾ, ਮਰਨੋਂ ਨਾ ਡਰਿਆਓ। ਕਿਉਂ ਬਾਣੀ ਨੇ ਚੇਤਾ ਕਰਾਇਆ ਹੈ? ਕਿਉਂਕਿ ਤੈਨੂੰ ਆਪਣਾ ਅੰਤ ਬੇਅੰਤ ਵੱਲ ਲੈ ਕੇ ਜਾਏਗਾ। ਆਪਣੇ ਅੰਤ ਦਾ ਬੋਧ ਬੇਅੰਤ ਨਾਲ ਜੋੜਦਾ ਹੈ। ਤੇ ਜਿਹਨੂੰ ਆਪਣੇ ਅੰਤ ਦਾ ਹੀ ਬੋਧ ਨਹੀਂ ਹੈ, ਸਤਿਗੁਰ ਕਹਿਣ ਲੱਗੇ ਜਿਨੇ ਮੁੱਕ ਜਾਣਾ ਹੈ, ਜੋ ਹੋਵਣ ਸੋ ਦੂਰ ਪਰਾਨੈ। ਜਿਹੜੀ ਮੌਤ ਹੈ, ਮੁੱਕ ਜਾਣਾ ਹੈ, ਉਹਨੂੰ ਬੰਦਾ ਕਹਿੰਦਾ ਦੂਰ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੈ। ਸ਼ਰਮ ਮਿਹਨਤ, ਜੋ ਛੱਡ ਜਾਣਾ ਹੈ। ਠੀਕ ਹੈ, ਚਾਹੀਦਾ ਸੰਸਾਰ, ਰੋਟੀ ਚਾਹੀਦੀ ਹੈ, ਵਸਤਰ ਚਾਹੀਦੇ ਨੇ, ਕਾਰੋਬਾਰ ਚਾਹੀਦਾ, ਪਰ ਗੁਰਦੇਵ ਜੀ ਕਹਿੰਦੇ ਇਹਦੇ 'ਚ ਰਹਿੰਦਿਆਂ ਇਹ ਜ਼ਰੂਰ ਜਿਵੇਂ ਪ੍ਰਾਹੁਣਾ ਰਹਿੰਦਾ ਸੰਸਾਰ ਦੇ ਅੰਦਰ, ਉਹਨੂੰ ਪਤਾ ਹੁੰਦਾ ਵਰਤੇਗਾ ਘਰ, ਵਰਤੇਗਾ ਕਮਰਾ, ਵਰਤੇਗਾ ਬੈੱਡਰੂਮ, ਪਰ ਉਹਨੂੰ ਪਤਾ ਹੁੰਦਾ ਮੇਰਾ ਨਹੀਂ ਹੈ। ਰੱਬ ਦਾ ਪਿਆਰਾ ਇਸੇ ਤਰ੍ਹਾਂ ਵਰਤੇਗਾ ਸਭ ਕੁਝ, ਉਹ ਰੋਟੀ ਵੀ ਖਾਏਗਾ, ਉਹ ਧੀਆਂ ਪੁੱਤਾਂ ਵਾਲਾ ਵੀ ਹੋਏਗਾ, ਪਰ ਉਹਦਾ ਮਨ ਪੂਰਨ ਤੌਰ 'ਤੇ ਨਿਰਲੇਪ ਹੁੰਦਾ ਹੈ। ਪਤਾ ਹੁੰਦਾ ਹੈ ਵੀ ਛੱਡ ਜਾਣਾ ਹੈ। ਤੇ ਸਾਹਿਬ ਕਹਿੰਦੇ ਜਿਨੇ ਇਤਨਾ ਘੁੱਟ ਕੇ ਪਕੜ ਲਿਆ, ਛੋੜ ਜਾਏ ਤਿਸ ਕਾ ਸ਼ਰਮ ਕਰੈ। ਸੰਗ ਸਹਾਈ ਤਿਸ ਪਰਹਰੈ। ਜੋ ਸੰਗ ਸਹਾਈ ਹੈ ਉਹਨੂੰ ਪਰਹਰੇ ਕੀਤਾ ਹੈ। ਗੁਰੂ ਸੰਗ ਸਹਾਈ ਹੈ, ਸੰਗਤ ਦਾ ਗਿਆਨ ਸੰਗ ਸਹਾਈ ਹੈ। ਜਦੋਂ ਔਖਾ ਵੇਲਾ ਆਇਆ, ਗੁਰੂ ਕਾ ਬਚਨ ਚੇਤੇ ਆਇਆ, ਗੁਰੂ ਕੀ ਸਾਖੀ ਚੇਤੇ ਆਈ, ਮਨ ਇੱਕਦਮ ਅਡੋਲ ਹੋ ਜਾਂਦਾ ਹੈ, ਇੱਕਦਮ ਬੇਪਰਵਾਹੀ ਆਏਗੀ। ਜਿਨੇ ਸੰਗ ਸਹਾਈ ਹੋਣਾ ਹੈ, ਸਤਿਗੁਰ ਕਹਿਣ ਲੱਗੇ ਤਿਸ ਪਰਹਰ ਹੈ, ਉਹਨੂੰ ਪਰੇ ਕਰ ਦਿੱਤਾ। ਉਹਨੂੰ ਕਿਹਾ ਵੀ ਕੋਈ ਨਹੀਂ, ਇਹ ਤੇ ਹੁਣ ਰੱਖ ਲਏ ਨੇ ਆਪਾਂ ਪਾਠੀ, ਪੇੜ ਰੱਖ ਲਏ, ਚੱਲ ਰਿਹਾ ਕੰਮ। ਤੇ ਮੈਂ ਕਹਿੰਦਾ ਜਿੱਥੇ ਕਰਾਉਣ ਦਾ ਰਿਵਾਜ ਪੈ ਜਾਏ ਪਾਠ, ਉੱਥੇ ਕਰਦਾ ਕੌਣ ਹੈ? ਉੱਥੇ ਕੋਈ ਵਿਰਲਾ ਹੀ ਕਰੇਗਾ। ਗੁਰਮੁਖ ਪਿਆਰਿਓ, ਤਾਂ ਕਰਕੇ ਮੇਰੇ ਸਤਿਗੁਰ ਨੇ ਬਖਸ਼ਿਸ਼ ਕੀਤੀ ਸੀ, ਭਾਈ ਸੰਸਾਰ 'ਚ ਜੋ ਕਰਦਾ ਹੈ ਆਪਣਾ ਸਮਝ ਕੇ ਕਰਦਾ, ਧਰਮ ਦੇ ਜਗਤ ਵਿੱਚ ਵੀ ਕਰੀ ਆਪਣਾ ਸਮਝ ਕੇ ਕਰੀ। ਇਹ ਨਾ ਹੋਏ ਵੀ ਸੰਸਾਰ ਨੂੰ ਤੇ ਆਪਣਾ ਸਮਝ ਕੇ ਕਰ ਲਿਆ। ਜਥਾ ਤੁਮ ਘਰ ਕੇ ਕਾਜ ਸਿਧਾਰੋ, ਤਿਆਗੇ ਨਾਹੀ ਲਾਗੇ ਪਿਆਰੋ। ਤਥਾ ਪ੍ਰੀਤ ਧਰੋ ਗੁਰਬਾਣੀ, ਪੜਨ ਸੁਣਨ ਹਿਤ ਰੁਚ ਠਾਨੀ। ਗੁਰਦੇਵ ਕਹਿੰਦੇ ਜਿੱਦਾਂ ਸੰਸਾਰ 'ਚ ਕਰਦੇ ਹੋ, ਇੱਦਾਂ ਹੀ ਨਿਰੰਕਾਰ ਨਾਲ ਆਪਣਾਪਣ ਬਣਾ ਕੇ ਵੇਖਿਆ। ਕਿਤਨੀ ਵੱਡੀ ਬਖਸ਼ਿਸ਼ ਦੌਲਤ ਜੀਵਨ ਵਿੱਚ ਵਰਤਦੀ ਹੈ। ਚੰਦਨ ਲੇਪ ਉਤਾਰੈ ਧੋਏ, ਸਤਿਗੁਰ ਆਖਦੇ ਨੇ, ਗਰ ਤਬ ਪ੍ਰੀਤ ਭਸਮ ਸੰਗ ਹੋਏ।
ਜਿਵੇਂ ਕਿਸੇ ਖੋਤੇ ਨੂੰ ਚੰਦਨ ਲੇਪ ਲਾ ਦਿੱਤੀ ਜਾਏ, ਉਹਦੀ ਪ੍ਰੀਤ ਭਸਮ ਮਿੱਟੀ ਦੇ ਨਾਲ ਹੀ ਹੈ। ਉਹਨੇ ਬਾਰ-ਬਾਰ ਫਿਰ ਮਿੱਟੀ 'ਚ ਹੀ ਲਿਟਣਾ ਹੈ। ਗੁਰਦੇਵ ਕਹਿੰਦੇ ਕਿਤਨਾ ਮੋਲਕ ਰਤਨ ਹੈ ਉਹਦਾ ਅਨੁਭਵ, ਉਹਦੀ ਸੋਝੀ, ਪਰ ਬੰਦੇ ਦਾ ਧਿਆਨ ਬਾਰ-ਬਾਰ ਉਸ ਨਾਸ਼ਵਾਨਤਾ ਵੱਲ ਹੀ ਜਾਂਦਾ ਹੈ, ਮਿੱਟੀ ਵੱਲ ਜਾਂਦਾ ਹੈ। ਕਿਤਨਾ ਵੀ ਯਤਨ ਕਰ ਲਿਆ ਜੇ, ਚੰਦਨ ਲੇਪ ਉਤਾਰੈ ਤੋਏ, ਉਹ ਲਾ ਦਿੰਦਾ ਹੈ, ਧੋ ਦਿੰਦਾ ਹੈ। ਗਰਦਬ ਪ੍ਰੀਤ ਭਸਮ ਸੰਗ ਹੋਏ, ਜਿਵੇਂ ਖੋਤੇ ਦੀ ਪਸ਼ੂ ਦੀ ਪ੍ਰੀਤ ਭਸਮ ਦੇ ਨਾਲ ਹੈ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਮਨੁੱਖ ਦਾ ਜੀਵਨ ਮਾਨਵੀ ਬਿਰਤੀ ਹੈ। ਇਹ ਸੱਚ ਨੂੰ ਛੱਡ ਕੇ ਝੂਠ ਪਕੜ ਲੈਂਦਾ ਹੈ, ਨਿੱਤ ਨੂੰ ਛੱਡ ਕੇ ਅਨਿੱਤ ਪਕੜਦਾ ਹੈ, ਆਪਣੇ ਨੂੰ ਛੱਡ ਕੇ ਬੇਗਾਨੇ ਨੂੰ ਪਕੜਦਾ ਹੈ, ਨੇੜੇ ਵਾਲੇ ਨੂੰ ਤਿਆਗ ਕੇ ਦੂਰ ਵਾਲੇ ਵੱਲ ਭੱਜਦਾ ਹੈ। ਤੇ ਸਾਹਿਬ ਕਹਿੰਦੇ ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਹੇ ਦਿਆਲੂ ਮਾਲਕ ਵਾਹਿਗੁਰੂ, ਇਸ ਤਰ੍ਹਾਂ ਦੇ ਅੰਧ ਕੂਪ ਦੇ ਅੰਦਰ, ਕੂਪ ਦਾ ਅਰਥ ਹੁੰਦਾ ਹੈ ਖੂਹ, ਅੰਧ ਦਾ ਅਰਥ ਹੈ ਅੰਨਾ, ਜਿੱਥੇ ਦਿਸਦਾ ਨਹੀਂ ਹੈ ਕੁਝ। ਮਨੁੱਖ ਦਾ ਜੀਵਨ ਵੀ ਇਸੇ ਤਰ੍ਹਾਂ ਦਾ ਹੈ। ਜਿਵੇਂ ਇੱਕ ਅੰਨਾ ਬਹੁਤ ਹਨੇਰੇ ਵਾਲਾ ਖੂਹ ਹੋਏ, ਧਿਆਨ ਮਾਰੋ ਕੁਝ ਨਹੀਂ ਦਿਸਦਾ। ਆ ਜੀਵਨ ਵਿੱਚ ਧਿਆਨ ਮਾਰੀਏ, ਨਾ ਸੱਤ ਦਿਖਦਾ ਨਾ ਸੰਤੋਖ, ਤਾਂ ਹੀ ਅਸੀਂ ਧਿਆਨ ਨਹੀਂ ਮਾਰਦੇ। ਅੱਜ ਕੱਲ੍ਹ ਸਾਧਨ ਲੱਖ ਲਏ ਨੇ ਆਪਾਂ ਬਾਹਰ ਰਹਿਣ ਦੇ। ਇੱਕ ਮਿੰਟ ਵੀ ਬੰਦੇ ਨੂੰ ਬੈਠਣਾ ਪਏ, ਮੋਬਾਈਲ ਲੈ ਕੇ ਬਹਿ ਜਾਏਗਾ, ਅਖਬਾਰ ਲੈ ਕੇ ਬਹਿ ਜਾਏਗਾ, ਬਾਹਰ ਦੀ ਖਬਰ ਲੈ ਕੇ ਬਹਿ ਜਾਏਗਾ। ਕਿਉਂ? ਧਿਆਨ ਆਪਣੇ ਵੱਲ ਨਾ ਜਾਏ, ਕਿਉਂਕਿ ਉੱਥੇ ਡਰ ਪ੍ਰਤੀਤ ਹੁੰਦਾ ਹੈ, ਦੁੱਖ ਪ੍ਰਤੀਤ ਹੁੰਦਾ ਹੈ। ਤੋ ਗੁਰਦੇਵ ਕਹਿੰਦੇ ਜਿਵੇਂ ਅੰਧਕੂਪ ਹੁੰਦਾ ਹੈ, ਹੇ ਮਾਲਕ ਵਾਹਿਗੁਰੂ, ਇਸ ਮਨੁੱਖ ਦਾ ਜੀਵਨ ਵੀ ਇਸੇ ਤਰ੍ਹਾਂ ਦਾ ਹੈ। ਕਿਰਪਾ ਕਰੋ, ਤੁਸੀਂ ਬਖਸ਼ਣ ਵਾਲੇ ਹੋ। ਇਸ ਨੂੰ ਇਸ ਅੰਨੇ ਖੂਹ ਚੋਂ ਬਾਹਰ ਕੱਢਣਾ ਕਰੋ। ਨਾਨਕ ਕਾਢ ਲਿਹੋ ਪ੍ਰਭ ਦਿਆਲ, ਹੇ ਦਿਆਲੂ ਵਾਹਿਗੁਰੂ, ਇਹ ਜੀਵਾਂ ਤੇ ਕਿਰਪਾ ਕਰੋ। ਕਰਤੂਤ ਪਸ਼ੂ ਕੀ ਮਾਨਸ ਜਾਤ। ਆ ਕਰਤੂਤ ਵੇਖੋ, ਸਾਈਨ ਬੋਰਡ ਲੱਗਾ ਹੋਏ, ਠੀਕ ਹੈ, ਬੋਰਡ ਲੱਗਾ ਹੋਏ ਕੀਰਤਨੀਏ ਦਾ, ਅੰਦਰ ਰੱਬ ਦੀ ਕੀਰਤੀ ਵੀ ਚਾਹੀਦੀ, ਨਹੀਂ ਤੇ ਕੱਲਾ ਬੋਰਡ ਕੀ ਕਰੇਗਾ। ਬੋਰਡ ਲੱਗਾ ਹੋਏ ਕਥਾਵਾਚਕ ਦਾ, ਅੰਦਰ ਇਕੱਠ ਵੀ ਚਾਹੀਦਾ ਹੈ। ਜੇ ਬੋਰਡ ਲੱਗਾ ਹੈ ਬਜਾਜੀ ਦਾ ਤੇ ਅੰਦਰ ਇੱਕ ਧਾਗਾ ਵੀ ਨਾ ਹੋਏ, ਧੋਖਾ ਹੈ, ਉਹ ਦੁਨੀਆ ਨਾਲ ਧੋਖਾ ਹੈ। ਠੀਕ ਹੈ, ਇੱਕ ਬੰਦਾ ਦੁਨੀਆ ਨਾਲ ਧੋਖਾ ਕਰਦਾ ਹੈ, ਇੱਕ ਬੰਦਾ ਆਪਣੇ ਆਪ ਨਾਲ ਵੀ ਧੋਖਾ ਕਰਦਾ ਹੈ। ਬਾਹਰੋਂ ਕੁਝ, ਅੰਦਰ ਤੋਂ ਕੁਝ। ਤੋ ਮੇਰੇ ਗੁਰਦੇਵ ਕਹਿਣ ਲੱਗੇ ਉਹ ਜੀਵਨ ਇਸੇ ਤਰ੍ਹਾਂ ਦਾ ਸਮਝਿਓ। ਕਰਤੂਤ ਦਾ ਅਰਥ ਹੈ ਕਰਮ, ਕੁਝ ਹੈ, ਪਰ ਸਰੀਰ ਹੈ ਉਹ ਮਨੁੱਖਾਂ ਵਾਲਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤਾਂ ਪਸ਼ੂਆਂ ਵਾਲੀਆਂ ਨੇ। ਸੱਪ ਸ਼ਾਇਦ ਇੱਕ ਦੋ ਬੰਦਿਆਂ ਨੂੰ ਡੰਗ ਮਾਰਦਾ, ਬੰਦਾ ਕਿੰਨਿਆਂ ਦਾ ਨਾਸ਼ ਕਰ ਦਿੰਦਾ ਹੈ। ਪਸ਼ੂ ਇੰਨੇ ਖਤਰਨਾਕ ਨਹੀਂ ਹੈ, ਸ਼ੇਰ ਇੰਨਾ ਖਤਰਨਾਕ ਨਹੀਂ ਹੈ ਜਿੰਨਾ ਅੱਜ ਬੰਦਾ ਹੋ। ਜਿੰਨਾ ਲੋਭੀ ਬੰਦਾ ਖਤਰਨਾਕ ਹੁੰਦਾ ਹੈ, ਜਿੰਨਾ ਕ੍ਰੋਧੀ ਖਤਰਨਾਕ ਹੁੰਦਾ ਹੈ, ਜਿੰਨਾ ਹੰਕਾਰ ਬੰਦੇ ਦਾ ਖਤਰਨਾਕ ਹੁੰਦਾ ਹੈ। ਹੰਕਾਰ ਹੀ ਹੈ ਦੇਸ਼ਾਂ ਦੇ ਦੇਸ਼ ਤਬਾਹ ਹੋ ਜਾਂਦੇ ਨੇ, ਹੰਕਾਰ ਹੀ ਨੇ। ਇਹ ਮੇਰਾ ਵਤਨ ਹੈ ਜੀ, ਆਹ ਮੇਰਾ ਦੇਸ਼ ਹੈ ਜੀ। ਇਹਦੇ ਵਿੱਚੋਂ ਵੀ ਬੜਾ ਜ਼ਹਿਰ ਪੈਦਾ ਕਰ ਲਿਆ ਸੀ, ਸੱਚ ਜਾਣਿਓ। ਮਾਨਵਤਾ ਦਾ ਪ੍ਰੇਮ ਸਭ ਤੋਂ ਸ੍ਰੇਸ਼ਟ ਹੈ। ਧਰਤੀਆਂ ਕਿਹਦੀਆਂ ਤੇ ਆਈਆਂ ਗਈਆਂ, ਪਤਾ ਨਹੀਂ ਕਿੰਨੇ ਬੰਦੇ ਆਏ, ਧਰਤੀਆਂ ਇੱਥੇ ਪਈਆਂ ਨੇ, ਕੋਈ ਦੇਸ਼ ਨਹੀਂ ਚੁੱਕ ਕੇ ਲੈ ਜਾਂਦਾ ਨਾਲ। ਮਨ ਬਾਣੀ ਵਿੱਚ ਮਾਨਵਤਾ ਦਾ ਪ੍ਰੇਮ, ਮੈਨੂੰ ਕਹਿਣ ਦੇਣਾ ਬਾਣੀ 'ਚ ਕੋਈ ਦੇਸ਼ ਪ੍ਰੇਮ ਨਹੀਂ ਆਇਆ, ਮਾਨਵਤਾ ਦਾ ਪ੍ਰੇਮ ਹੈ। ਗੁਰਬਾਣੀ ਵੰਡ ਵੰਡ ਕੇ ਨਹੀਂ ਵੇਖਦੀ, ਬਾਣੀ ਸਭਨਾਂ ਨੂੰ ਇੱਕੋ ਹੀ ਦਿਸਦੀ, ਸਾਰੇ ਵਿਸ਼ਵ ਦੀ ਗੱਲ ਹੈ ਬਾਣੀ ਅੰਦਰ। ਕਿਸੇ ਖਾਸ ਖਿੱਤੇ, ਖਾਸ ਵਰਗ ਉਹਦੀ ਗੱਲ ਨਹੀਂ ਗੁਰੂ ਕੀ ਬਾਣੀ ਮਾਨਵਤਾ ਦੇ ਪ੍ਰੇਮ ਦੀ ਗੱਲ ਕਰਦੀ ਹੈ। ਗੁਰਬਾਣੀ ਇਨਸਾਨੀਅਤ ਦੀ ਗੱਲ ਕਰਦੀ ਹੈ। ਗੁਰਬਾਣੀ ਉਸ ਰੱਬੀ ਸੱਤਾ ਜਿਹੜੀ ਵਰਤ ਰਹੀ ਹੈ ਉਹਦੀ ਗੱਲ ਕਰਦੀ, ਉਹ ਸਭਨਾਂ 'ਚ ਵਰਤ ਰਹੀ ਹੈ। ਤੋ ਸਤਿਗੁਰ ਸਾਨੂੰ ਜੋੜਦੇ ਨੇ, ਨਹੀਂ ਤੇ ਇਤਨਾ ਜਾਨਵਰ ਖਤਰਨਾਕ ਨਹੀਂ ਹੈ। ਕਿੰਨਿਆਂ ਕੁ ਨੂੰ ਮਾਰੂਗਾ ਸ਼ੇਰ, ਕਿੰਨਿਆਂ ਕੁ ਨੂੰ ਸੱਪ ਡੰਗ ਮਾਰੇਗਾ, ਬਿੱਛੂ ਕਿੰਨਿਆਂ ਕੁ ਨਾਲ ਲੜਦਾ ਹੈ। ਤੇ ਲੋਭੀ ਬੰਦਾ ਵੇਖੋ, ਕ੍ਰੋਧੀ ਬੰਦਾ ਵੇਖੋ,
ਹੰਕਾਰੀ ਬੰਦਾ ਵੇਖੋ, ਤ੍ਰਿਸ਼ਾਲੂ ਬੰਦਾ ਵੇਖੋ, ਤਾਂ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤਾਂ ਪਸ਼ੂ ਵਰਗੀਆਂ ਨੇ, ਨਾਮ ਰੱਖ ਲਿਆ ਬੰਦੇ ਦਾ। ਕਹਿੰਦਾ ਹੈ ਮੈਂ ਮਨੁੱਖ ਹਾਂ, ਲੋਕ ਪਚਾਰਾ ਕਰੈ ਦਿਨ ਰਾਤ। ਤੇ ਮਾਨਵੀ ਬਿਰਤੀ ਹੈ, ਧਰਮੀ ਹੋਣ ਤੋਂ ਧਰਮ ਹੋਣ ਤੋਂ ਪਹਿਲੋਂ ਬੰਦਾ ਧਰਮੀ ਅਖਵਾਉਂਦਾ। ਤੁਸੀਂ ਵੇਖਿਓ, ਧਰਮ ਆਇਆ ਨਹੀਂ ਜੀਵਨ 'ਚ, ਧਰਮੀ ਪਹਿਲੋਂ ਅਖਵਾ ਰਿਹਾ। ਸੱਚ ਆਇਆ ਨਹੀਂ ਜੀਵਨ 'ਚ, ਸੱਚਾ ਅਖਵਾ ਰਿਹਾ, ਪਹਿਲੋਂ ਅਖਵਾਉਂਦਾ। ਗਿਆਨ ਜੀਵਨ 'ਚ ਆਇਆ ਨਹੀਂ, ਗਿਆਨੀ ਪਹਿਲੋਂ ਅਖਵਾਉਂਦਾ। ਕੀਰਤੀ ਰੱਬ ਦੀ ਆਈ ਨਹੀਂ, ਕੀਰਤਨੀਆਂ ਪਹਿਲੋਂ ਅਖਵਾਉਂਦਾ। ਕਥਾ ਰੱਬ ਦੀ ਵਰਤੀ ਨਹੀਂ, ਕਥਾਵਾਚਕ ਪਹਿਲੋਂ ਅਖਵਾਉਂਦਾ। ਕੀ ਹੈ? ਸਤਿਗੁਰ ਕਹਿੰਦੇ ਧੋਖਾ ਹੀ ਹੈ, ਹੋਰ ਕੀ ਹੈ? ਮਾਨਵਤਾ ਜੀਵਨ 'ਚ ਆਈ ਨਾ ਹੋਏ, ਮਨੁੱਖ ਅਖਵਾ ਰਿਹਾ ਹੋਏ, ਧੋਖਾ ਹੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ। ਬਾਹਰ ਭੇਖ ਹੈ, ਬੜਾ ਪ੍ਰਭਾਵਿਤ ਕਰਦਾ ਹੈ। ਅੰਤਰ ਮਲ ਮਾਇਆ, ਅੰਦਰ ਪਕੜ ਹੈ ਮਾਇਆ ਦੀ। ਬਾਹਰ ਕਥਾ ਹੈ, ਅੰਦਰ ਮਾਇਆ ਹੈ। ਬਾਹਰ ਤੋਂ ਕੀਰਤਨੀਆਂ ਹੈ, ਅੰਦਰ ਤੋਂ ਹੋਰ ਕੁਝ ਹੈ। ਬਾਹਰ ਤੋਂ ਸਿੱਖ ਹੈ, ਤਾਂ ਹੀ ਤੇ ਸਾਹਿਬ ਨੇ ਖੋਤੇ ਤੇ ਸ਼ੇਰ ਦੀ ਖਲ ਪਾਈ ਸੀ, ਤੁਹਾਨੂੰ ਪਤਾ ਹੈ। ਬੜੇ ਲੋਕ ਹੱਸੇ ਅਨੰਦਪੁਰ ਸਾਹਿਬ। ਅੱਜ ਹੱਸਦੇ ਹੱਸਦੇ ਸਿੱਖ ਖੋਤੇ ਦਾ ਕੰਨ ਫੜ ਕੇ ਲੈ ਕੇ ਆ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕੀ ਹੈ? ਸਤਿਗੁਰੂ ਹਾਸਾ ਨਹੀਂ ਸਾਡਾ ਰੁਕ ਰਿਹਾ। ਕਿਸੇ ਨੇ ਨਾ ਖੋਤੇ ਉੱਤੇ ਸ਼ੇਰ ਦੀ ਖਲ ਪਾਈ ਸੀ, ਕਿੰਨੇ ਦਿਨਾਂ ਤੋਂ ਲੋਕ ਡਰ ਰਹੇ ਸਨ, ਸ਼ੇਰ ਆ ਗਿਆ, ਸ਼ੇਰ ਆ ਗਿਆ। ਸਤਿਗੁਰ ਜਦੋਂ ਖੋਤਾ ਬੋਲਿਆ, ਸਾਨੂੰ ਪਤਾ ਲੱਗ ਗਿਆ ਵੀ ਅੰਦਰੋਂ ਤੇ ਖੋਤਾ ਹੈ, ਬਾਹਰੋਂ ਕਿਸੇ ਨੇ ਸ਼ੇਰ ਦੀ ਖਲ ਪਾਈ ਹੈ। ਤਾਂ ਕਰਕੇ ਅਸੀਂ ਕੰਨ ਫੜ ਕੇ ਲਿਆਏ, ਤੁਹਾਡੇ ਸਾਹਮਣੇ ਸਬੂਤ ਹੈ। ਸਤਿਗੁਰ ਵੇਖੋ, ਕਿਸੇ ਨੇ ਮਜ਼ਾਕ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਿੱਖੋ, ਇਹ ਕੌਤਕ ਅਸੀਂ ਵਰਤਾਇਆ ਹੈ। ਸਤਿਗੁਰ ਕਿਉਂ ਵਰਤਾਇਆ? ਸਤਿਗੁਰ ਕਹਿੰਦੇ ਤਾਂ ਕਰਕੇ ਵਰਤਾਇਆ, ਜਿਵੇਂ ਅੱਜ ਤੁਸੀਂ ਖੋਤੇ ਤੇ ਹੱਸ ਰਹੇ ਹੋ, ਕੱਲ੍ਹ ਨੂੰ ਤੁਹਾਡੇ ਤੇ ਨਾ ਕੋਈ ਹੱਸੇ। ਹੱਸ ਰਹੇ ਹੋ ਨਾ ਖੋਤੇ ਤੇ, ਵੀ ਅੰਦਰੋਂ ਖੋਤਾ ਹੈ, ਬਾਹਰੋਂ ਸ਼ੇਰ ਹੈ। ਇਹ ਤਾਂ ਕਰਕੇ ਮੈਂ ਕੌਤਕ ਵਰਤਾਇਆ ਹੈ ਵੀ ਸਿੱਖਾ, ਕੱਲ੍ਹ ਨੂੰ ਤੇਰੇ ਤੇ ਨਾ ਇੱਦਾਂ ਕੋਈ ਹੱਸੇ ਵੀ ਬਾਹਰੋਂ ਸਿੱਖ ਹੈ, ਅੰਦਰੋਂ ਹੋਰ ਕੁਝ ਹੈ, ਅੰਦਰੋਂ ਹੋਰ ਬਿਰਤੀ ਹੈ। ਬਾਹਰੋਂ ਪਹਿਰਾਵਾ ਹੋਰ ਹੈ, ਅੰਦਰੋਂ ਅਨੁਭਵ ਹੋਰ ਰੂਪ ਦਾ ਹੈ। ਕਹਿ ਰਿਹਾ ਮੈਂ ਸਿੱਖ ਹਾਂ, ਨਾ ਕੋਈ ਜੋਤਸ਼ੀ ਛੱਡਿਆ, ਨਾ ਕੋਈ ਪੰਡਤ ਛੱਡਿਆ, ਨਾ ਕੋਈ ਜਨਮਪੱਤਰੀ ਛੱਡੀ। ਕਹਿ ਰਿਹਾ ਸਿੱਖ ਹੈ ਤੇ ਲਾਵਾਂ ਵੀ ਕਰ ਲੀਆਂ ਤੇ ਜੈਮਾਲਾ ਵੀ ਪਾ ਲਈ। ਇਹ ਰਿਵਾਜ ਚੱਲ ਪਏ ਸਾਡੇ। ਬਸ ਉਸੇ ਤਰ੍ਹਾਂ ਗੁਰਦੇਵ ਕਹਿੰਦੇ ਇਸ ਤਰ੍ਹਾਂ ਦੀ ਜ਼ਿੰਦਗੀ ਦੋਗਲੀ ਹੋਏਗੀ, ਹਾਸਾ ਹੀ ਹੈ। ਇੱਥੇ ਨਹੀਂ ਉੱਡਿਆ, ਉਹ ਰੱਬ ਦੇ ਦਰਬਾਰ 'ਚ ਉੱਡ ਜਾਣਾ। ਉੱਥੇ ਗੁਰੂ ਨੇ ਵੀ ਹਾਮੀ ਨਹੀਂ ਭਰਨੀ। ਤੋ ਜਿੱਥੇ ਗੁਰਦੇਵ ਜੀ ਬਖਸ਼ਿਸ਼ ਕਰਦੇ ਨੇ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੈ ਛਪਾਇਆ। ਛਿਪਣਾ ਨਹੀਂ ਹੈ, ਕਿੰਨਾ ਕੁਰ ਚਿਰ ਛਪਾਵਾਂਗੇ, ਉਗੜ ਜਾਂਦਾ ਹੈ। ਜਿਹੜਾ ਸਾਡਾ ਅਸਲ ਸੁਭਾਅ ਹੈ ਸਾਜਾ ਨੇ, ਉਹ ਮੈਂ ਕਹਿਣ ਤੋਂ ਭਾਵੇਂ ਜਿੰਨਾ ਮਰਜ਼ੀ ਕਈ ਜਵਾਨ ਨਿਮਰਤਾ ਜੀ, ਪਰ ਬੰਦੇ ਦਾ ਹੰਕਾਰ ਤੇ ਉਗੜ ਕੇ ਆ ਹੀ ਜਾਣਾ, ਕ੍ਰੋਧ ਤੇ ਉਗੜ ਕੇ ਆ ਹੀ ਜਾਣਾ, ਲੋਭ ਉਗੜ ਕੇ ਆ ਹੀ ਜਾਣਾ। ਬਾਹਰ ਗਿਆਨ ਧਿਆਨ ਇਸ਼ਨਾਨ, ਬਾਹਰ ਗਿਆਨ ਹੈ, ਧਿਆਨ ਹੈ, ਇਸ਼ਨਾਨ ਹੈ। ਅੰਤਰ ਵਿਆਪੈ ਲੋਭ ਸੁਆਨ, ਅੰਦਰ ਲੋਭ ਹੈ ਬੰਦੇ ਦਾ। ਕਿੰਨਾ ਗਿਆਨ ਧਿਆਨ ਇਸ਼ਨਾਨ ਹੈ ਬਾਹਰ ਦਾ, ਤੇ ਅੰਦਰ ਕੀ ਹੈ? ਲੋਭ ਹੈ। ਇੱਥੇ ਜਾਓ ਆਹ ਸੁਖਣਾ ਪੂਰੀ ਹੋਏਗੀ, ਇੱਥੇ ਜਾਓ ਆਹ ਪੂਰੀ ਹੋਏਗੀ, ਇੱਥੇ ਜਾਓ ਆਹ ਪੂਰੀ ਹੋਏਗੀ। ਗਿਆਨ ਧਿਆਨ ਇਸ਼ਨਾਨ ਨਿਤ ਨੂੰ ਸੰਬੰਧਿਤ ਨਹੀਂ ਹੈ, ਉਹ ਅਨਿਤ ਦੇ ਨਾਲ ਹੀ ਸੰਬੰਧਿਤ ਰਹਿ ਗਿਆ। ਗੁਰਦੇਵ ਕਹਿਣ ਲੱਗੇ ਅੰਦਰ ਲੋਭ ਹੀ ਵਿਆਪਦਾ ਹੈ, ਭਾਵੇਂ ਜਿੱਦਾਂ ਵੀ ਹੋਏ। ਅੰਤਰ ਅਗਨ ਬਾਹਰ ਤਨ ਸੁਆ, ਅੰਦਰ ਅੱਗ ਹੈ, ਬਾਹਰ ਸੁਆ। ਹੋਇਆ ਵੀ ਇਸੇ ਤਰ੍ਹਾਂ। ਉਹ ਭਾਈ ਸੁਥਰੇ ਸ਼ਾਹ ਗੁਰੂ ਕਾ ਸਿੱਖ, ਕੋਈ ਬਹੁਤ ਵੱਡਾ ਸੰਨਿਆਸੀ ਸੁਆਹ ਮਲ ਕੇ ਆਇਆ ਪਿੰਡੇ ਤੇ। ਉਹ ਸੁਆਹ ਮਲਣ ਦਾ ਅਰਥ ਹੀ ਹੁੰਦਾ ਸੀ ਵੀ ਮੈਂ ਸਰੀਰ ਨੂੰ ਸੁਆਹ ਸਮਝ ਲਿਆ, ਮੇਰਾ ਸਰੀਰ ਹੁਣ ਮਿੱਟੀ ਹੈ, ਮੇਰੇ 'ਚ ਨਾ ਕ੍ਰੋਧ ਰਿਹਾ, ਨਾ ਹੰਕਾਰ ਰਿਹਾ, ਨਾ ਲੋਭ ਰਿਹਾ, ਨਾ ਵਾਸ਼ਨਾ ਰਹੀ, ਕੁਝ ਨਹੀਂ ਰਿਹਾ, ਮੈਂ ਸੁਆਹ ਹੀ ਹਾਂ। ਉਹ ਸੁਆਹ ਮਲ ਕੇ ਆ ਗਿਆ ਸਤਿਗੁਰੂ ਦੇ ਦਰ ਤੇ। ਬਾਬਾ ਸੁਥਰੇ ਸ਼ਾਹ ਬੈਠੇ ਸੀ,
ਉਹਦੇ ਲਾਗੇ ਬਹਿ ਗਏ, ਸਰੀਰ ਨੂੰ ਉਂਗਲ ਲਾਈ, ਪੁੱਛਿਆ ਇਹ ਸਵਾਹ ਲੱਕੜ ਦੀ ਹੈ ਕਿ ਗੋਬਰ ਦੀ ਹੈ? ਉਹ ਥੋੜ੍ਹਾ ਜਿਹਾ ਗੁੱਸਾ ਆਇਆ ਉਹਨੂੰ। ਉਹ ਕਹਿਣ ਲੱਗਾ ਨਹੀਂ ਗੋਬਰ ਦੀ ਹੈ। ਗੋਬਰ ਗਾਂ ਦਾ ਸੀ ਕਿ ਮੱਝ ਦਾ ਸੀ? ਗਾਂ ਦਾ ਸੀ। ਗਾਂ ਭੂਰੇ ਰੰਗ ਦੀ ਸੀ, ਚਿੱਟੇ ਰੰਗ ਦੀ ਸੀ। ਉਹਨੂੰ ਗੁੱਸਾ ਆ ਗਿਆ, ਇੱਕਦਮ ਜਿਹੜੀ ਲਾਗੇ ਉਹਦੇ ਡੰਡਾ ਸੀ ਲੈ ਕੇ ਬਾਬਾ ਸੁਥਰੇ ਸ਼ਾਹ ਦੇ ਪਿੱਛੇ ਭੱਜਿਆ ਤੇ ਬਾਬਾ ਸੁਥਰੇ ਸ਼ਾਹ ਭੱਜ ਕੇ ਸਤਿਗੁਰੂ ਕੋਲ ਆਇਆ। ਕਹਿਣ ਲੱਗਾ ਸਤਿਗੁਰੂ ਵੇਖੋ ਤਮਾਸ਼ਾ, ਬਾਹਰ ਸਵਾਹ ਹੈ ਅੰਦਰ ਭਾਂਬੜ ਬਲਦੇ ਨੇ। ਬਾਹਰ ਸਵਾਹ ਹੈ, ਚੋਲਿਆਂ ਦੇ ਥੱਲੇ। ਮੈਂ ਕਈ ਵਾਰ ਕਹਿਣਾ ਹੁੰਦਾ, ਗੁਰੂ ਨਾਨਕ ਤੁਸੀਂ ਘਰਾਂ 'ਚ ਫੋਟੋਆਂ ਲਾਉਂਦੇ ਹੋ ਨਾ, ਛਿਪਕਲੀਆਂ ਭੱਜ ਕੇ ਫੋਟੋਆਂ ਪਿੱਛੇ ਵੜੀਆਂ ਹੁੰਦੀਆਂ ਨੇ। ਮੇਰੇ ਵਰਗਿਆਂ ਦੇ ਚੋਲਿਆਂ ਦੇ ਪਿੱਛੇ ਬੜਾ ਕੁਝ ਵੜਿਆ ਹੁੰਦਾ ਮਾਫ। ਤਾਂ ਹੀ ਬਾਣੀ ਕਹਿੰਦੀ ਚੋਲੇ ਨਾ ਵੇਖਿਓ, ਕਿਸੇ ਦਾ ਧਰਮ ਵੇਖਣਾ, ਉਹਦਾ ਜੀਵਨ ਵੇਖਿਓ, ਉਹਦੇ ਸੁਭਾਅ ਵੇਖਿਓ। ਜੇ ਚੋਲਿਆਂ ਤੋਂ ਸੰਤ ਪਛਾਣਨ ਲੱਗ ਪਏ ਫਿਰ ਤੇ ਸਾਡਾ ਹਾਲ ਹੋਇਆ ਹੀ ਹੈ, ਤੁਹਾਨੂੰ ਪਤਾ ਹੀ ਹੈ। ਸਾਧ ਨਾਮ ਨਿਰਮਲਤਾ ਕੇ ਕਰਮ ਖੈਰ। ਮੇਰੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਸ ਜੀਵਨ ਦੇ ਅੰਦਰ ਇਹ ਕੁਝ ਵਰਤ ਰਿਹਾ ਹੈ, ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਤਰੈ ਥਾ, ਕਿਵੇਂ ਉਹ ਜ਼ਿੰਦਗੀ ਦੇ ਸਾਗਰ ਨੂੰ ਪਾਰ ਕਰ ਲਏਗਾ। ਜਾ ਕੇ ਅੰਤਰ ਵਸੈ ਪ੍ਰਭ ਆਪ, ਜਿਹਦੇ ਹਿਰਦੇ 'ਚ ਮਾਲਿਕ ਵਾਹਿਗੁਰੂ ਆਪ ਵਸਦਾ। ਨਾਨਕ ਤੇ ਜਨ ਸਹਿਜ ਸਮਾਤ, ਉਹ ਸਹਿਜ ਵਿੱਚ ਸਮਾਏ ਨੇ। ਉਹ ਸਹਿਜ ਦੀ ਵਿਆਖਿਆ ਸਤਿਗੁਰ ਨੇ ਅੱਜ ਦੇ ਪਾਵਨ ਹੁਕਮਨਾਮੇ 'ਚ ਸਾਨੂੰ ਬਖਸ਼ੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਇਹ ਸਹਿਜ ਅਵਸਥਾ ਹੈ। ਜਿਹਦੇ ਜੀਵਨ 'ਚ ਸਹਿਜ ਆ ਗਿਆ, ਉਹਨੂੰ ਜਿਤਾਉਣ ਦੀ ਲੋੜ ਨਹੀਂ ਪੈਣੀ, ਉਹਨੂੰ ਵਿਖਾਉਣ ਦੀ ਲੋੜ ਨਹੀਂ ਪੈਣੀ। ਦੁਨੀਆ ਨੂੰ ਆਪੇ ਪਤਾ ਲੱਗ ਜਾਣਾ ਰੱਬ ਦਾ ਪਿਆਰਾ ਭਗਤ ਹੈ, ਇਹ ਸੰਤ ਹੈ, ਇਹ ਗੁਰਮੁਖ ਹੈ, ਇਹ ਸੇਵਕ ਹੈ। ਗੁਰ ਕਿਰਪਾ ਬਖਸ਼ਿਸ਼ ਕਰਨ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ